ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ 'ਤੇ ਜੀ। ਸੋ ਦੋਸਤੋ, ਅੱਜ ਤਰੀਕ ਹੈ ਜੀ 24 ਜਨਵਰੀ। ਸੋ ਅੱਜ ਜਿੰਨੀਆਂ ਵੀ ਆਪਣੀਆਂ 23 ਅਤੇ 24 ਜਨਵਰੀ ਯਾਨੀ ਕਿ 2 ਦਿਨਾਂ ਦੀਆਂ ਜਿੰਨੀਆਂ ਵੀ ਕਰੰਟ ਅਫੇਅਰ ਨਿਊਜ਼ ਬਣ ਗਈਆਂ, ਬਿਲਕੁਲ ਪੰਜਾਬੀ ਦੇ ਵਿੱਚ ਆਪਾਂ ਇਸ ਕਲਾਸ ਵਿੱਚ ਡਿਸਕਸ਼ਨ ਕਰਾਂਗੇ ਜੀ। ਸੋ ਜਿਹੜੀਆਂ ਕਿ ਤੁਹਾਡੇ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀਆਂ ਨੇ ਜੀਕੇ ਦੇ ਪੁਆਇੰਟ ਆਫ ਵਿਊ ਤੋਂ ਅਗਰ ਆਪਾਂ ਦੇਖੀਏ, ਕਿਉਂਕਿ ਕਰੰਟ ਅਫੇਅਰ ਤਾਂ ਆਪਾਂ ਕਰਨੀਆਂ ਹੀ ਕਰਨੀਆਂ ਨੇਗੀਆਂ, ਪਲੱਸ ਜਿੰਨੇ ਵੀ ਸਟੈਟਿਕ ਫੈਕਟ ਬਣਨਗੇ ਨਾਲ ਕੋਸ਼ਿਸ਼ ਕਰਾਂਗੇ ਉਹ ਵੀ ਆਪਾਂ ਕਵਰ ਕਰੀਏ, ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ, ਤੁਹਾਡੇ ਲਈ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਕਲਾਸ ਹੁੰਦੀ ਆ ਔਰ ਇਸ ਨੂੰ ਜ਼ਰੂਰ ਤੁਸੀਂ ਅਟੈਂਡ ਕਰਿਆ ਕਰੋ। ਔਰ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਜਿਹੜੇ ਆਪਣੇ 2 ਦਿਨਾਂ ਦੇ ਇੰਪੋਰਟੈਂਟ ਡੇ ਰਹੇ ਨੇ। ਦੇਖੋ, ਸਭ ਤੋਂ ਪਹਿਲਾਂ ਗੱਲ ਕਰੀਏ ਅੱਜ ਬਾਰੇ, ਜਾਣੀ ਕਿ 24 ਜਨਵਰੀ। 24 ਜਨਵਰੀ ਨੂੰ ਜੀ ਹਰ ਸਾਲ ਨੈਸ਼ਨਲ ਗਰਲ ਚਾਈਲਡ ਡੇ ਮਨਾਇਆ ਜਾਂਦਾ ਆਪਣੇ ਦੇਸ਼ ਵਿੱਚ। ਦੇਖੋ ਜੀ, ਅਗਰ ਆਪਾਂ ਗੱਲ ਕਰੀਏ ਇਸ ਦਿਨ ਦੀ ਸ਼ੁਰੂਆਤ ਇਹਦੀ ਨਾ 2008 ਵਿੱਚ ਹੋਈ ਸੀਗੀ ਔਰ 2008 ਤੋਂ ਹਰ ਸਾਲ 24 ਜਨਵਰੀ ਨੂੰ ਨੈਸ਼ਨਲ ਗਰਲ ਚਾਈਲਡ ਡੇ ਮਨਾਇਆ ਜਾਂਦਾ ਗਾ। ਦੇਖੋ, ਜਿੰਨੀਆਂ ਵੀ ਆਪਣੀਆਂ ਛੋਟੀਆਂ ਬੱਚੀਆਂ ਨੇਗੀਆਂ, ਠੀਕ ਹੈ ਨਾ, ਉਹਨਾਂ ਵਾਸਤੇ ਸਪੈਸ਼ਲੀ ਇੱਕ ਅਵੇਅਰਨੈਸ ਦਾ ਇੱਕ ਡੇ ਹੈਗਾ ਇਹ, ਔਰ ਜਿਹੜਾ ਕਿ ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਂਦਾ। ਬਾਕੀ 23 ਜਨਵਰੀ ਵਾਲਾ ਡੇ ਤਾਂ ਇੰਪੋਰਟੈਂਟ ਹੈ ਜੀ ਬਹੁਤ ਜ਼ਿਆਦਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਹੁੰਦੀ ਹੈਗੀ। ਇਸ ਸਾਲ 125ਵੀਂ ਜਯੰਤੀ ਹੈਗੀ ਸੀਗੀ, ਠੀਕ ਹੈ ਨਾ, ਸੋ ਨੇ ਯਾਦ ਰੱਖਣਾ। ਔਰ ਅਗਰ ਆਪਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਗੱਲ ਕਰੀਏ, ਇਹਨਾਂ ਦਾ ਜਨਮ 23 ਜਨਵਰੀ 1897 ਦੇ ਵਿੱਚ ਹੋਇਆ ਸੀ। ਕਿੱਥੇ ਹੋਇਆ ਸੀਗਾ? ਉੜੀਸਾ ਦੇ ਕਟਕ ਸ਼ਹਿਰ ਦੇ ਵਿੱਚ ਹੋਇਆ ਸੀਗਾ, ਠੀਕ ਹੈ। ਬਾਕੀ ਕਿ ਬੰਗਾਲੀ ਪਰਿਵਾਰ ਤੋਂ ਸੰਬੰਧ ਰੱਖਦੇ ਸੀ ਨੇਤਾ ਜੀ ਸੁਭਾਸ਼ ਚੰਦਰ ਬੋਸ, ਔਰ ਜਿਹੜੇ ਆਪਣੇ ਕੀ ਮਸ਼ਹੂਰ ਸੁਤੰਤਰਤਾ ਸੈਨਾਨੀ ਹੋਏ ਨੇ। ਅਗਰ ਆਪਾਂ ਇਹਨਾਂ ਦੀ ਮਹਾਨਤਾ ਦਾ ਅੰਦਾਜ਼ਾ ਲਗਾਈਏ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਇਹਨਾਂ ਨੇ ਆਪਣੀ ਸੁਤੰਤਰਤਾ ਵਾਸਤੇ, ਠੀਕ ਹੈ ਨਾ, ਆਪਣੇ ਦੇਸ਼ ਦੇ ਖਾਤਰ ਆਪਣੀ ਸਿਵਲ ਸਰਵਿਸ ਦੀ ਨੌਕਰੀ ਨੂੰ ਵੀ ਤਿਆਗਤਾ ਸੀਗਾ। ਔਰ ਇਹਨਾਂ ਨੇ ਇੱਕ ਵੈਸੇ ਆਜ਼ਾਦ ਹਿੰਦ ਫੌਜ ਦੀ ਵੀ ਸਥਾਪਨਾ ਕੀਤੀ ਸੀਗੀ, ਠੀਕ ਹੈ ਨਾ, ਜਿਹਨੂੰ ਇੰਡੀਅਨ ਨੈਸ਼ਨਲ ਆਰਮੀ ਵੀ ਕਿਹਾ ਜਾਂਦਾ, ਇੱਥੇ ਲਿਖਿਆ ਵੀ ਹੋਇਆ ਵੈਸੇ, ਜਿਹਨੂੰ ਕਿ ਆਪਾਂ ਆਜ਼ਾਦ ਹਿੰਦ ਫੌਜ ਕਹਿੰਦੇ ਹਾਂ। ਇਹਦੀ ਸਥਾਪਨਾ ਵੈਸੇ 21 ਅਕਤੂਬਰ 1943 ਨੂੰ ਹੋਈ ਸੀਗੀ, ਠੀਕ ਹੈ ਨਾ। ਔਰ ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਨਾਅਰੇ ਬਾਰੇ, ਦੇਖੋ ਆਜ਼ਾਦੀ ਦਾ ਇੱਕ ਇਹਨਾਂ ਨੇ ਨਾਅਰਾ ਦਿੱਤਾ ਸੀਗਾ, ਬੜਾ ਮਸ਼ਹੂਰ ਹੋਇਆਗਾ ਔਰ ਬਹੁਤ ਇੰਪੋਰਟੈਂਟ ਹੈ। ਨਾਅਰਾ ਸੀਗਾ, ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ, ਠੀਕ ਹੈ ਨਾ, ਅਤੇ ਤੁਸੀਂ ਇਹਨਾਂ ਦਾ ਨਾਅਰਾ ਵੀ ਯਾਦ ਰੱਖਣਾ ਗਾ। ਬਾਕੀ ਇਸ ਸਾਲ 23 ਜਨਵਰੀ ਤੋਂ ਹਰ ਸਾਲ ਕੀ ਹੈ 23 ਜਨਵਰੀ ਨੂੰ ਪਰਾਕਰਮ ਦਿਵਸ ਵਜੋਂ ਮਨਾਉਣ ਦਾ ਵੀ ਫੈਸਲਾ ਕੀਤਾ ਭਾਰਤ ਸਰਕਾਰ ਨੇ, ਠੀਕ ਹੈ ਨਾ। ਤਾਂ ਸੋਨੇ ਇਹਨਾਂ ਬਾਰੇ ਸਾਰੀਆਂ ਨਿਊਜ਼ ਯਾਦ ਰੱਖਣੀਆਂ, ਸਾਰੇ ਇੰਪੋਰਟੈਂਟ ਹੈ। ਵੈਸੇ ਡੇ ਇੰਪੋਰਟੈਂਟ ਹੈ 23 ਜਨਵਰੀ ਵਾਲਾ, ਠੀਕ ਹੈ ਨਾ। ਸੋ ਜੀ ਹੁਣ ਗੱਲ ਕਰਦੇ ਹਾਂ ਆਪਾਂ ਜਿਹੜੀਆਂ ਕਰੰਟ ਅਫੇਅਰ ਨਿਊਜ਼ ਨੇ, ਆਪਾਂ ਉਹਨਾਂ ਦੀ ਸ਼ੁਰੂਆਤ ਕਰਦੇ ਹਾਂਗੇ। ਵਿਦ ਵਿੱਚ ਕੰਪਨੀ ਬਿੱਲ ਦੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਇਸਟੈਬਲਿਸ਼ ਇੰਡੀਆਜ਼ ਫਸਟ ਕੁਆਂਟਮ ਕੰਪਿਊਟਿੰਗ ਐਪਲੀਕੇਸ਼ਨ ਲੈਬ। ਦੇਖੋ ਜੀ, ਕਹਿੰਦੇ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੋਲੋਜੀ ਮੰਤਰਾਲਿਆ ਨੇ ਕਿਸ ਕੰਪਨੀ ਦੇ ਨਾਲ ਮਿਲ ਕੇ ਭਾਰਤ ਦੀ ਪਹਿਲੀ ਕੁਆਂਟਮ ਕੰਪਿਊਟਿੰਗ ਐਪਲੀਕੇਸ਼ਨ ਲੈਬ ਨੂੰ ਸਥਾਪਿਤ ਕਰੇਗਾ ਹੁਣ ਭਾਰਤ। ਅਗਰ ਆਪਾਂ ਗੱਲ ਕਰੀਏ ਤਾਂ ਆਪਣੀ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੋਲੋਜੀ ਮੰਤਰਾਲਿਆ ਅਤੇ ਜਿਹੜੀ ਇੱਕ ਐਮਾਜ਼ੋਨ ਕੰਪਨੀ ਹੈ, ਦੇਖੋ ਐਮਾਜ਼ੋਨ ਇੱਕ ਬੜੀ ਜਾਣੀ ਫੇਮਸ ਕੰਪਨੀ ਹੈ, ਇਸ ਦਾ ਮਿਲ ਕੇ ਆਪਣੇ ਭਾਰਤ ਦੀ ਪਹਿਲੀ ਇੱਕ ਕੁਆਂਟਮ ਕੰਪਿਊਟਿੰਗ ਐਪਲੀਕੇਸ਼ਨ ਲੈਬ ਨੂੰ ਸਥਾਪਿਤ ਕਰਨ ਜਾ ਰਿਹਾ ਹੈਗਾ, ਠੀਕ ਹੈ ਨਾ। ਬਾਕੀ ਐਮਾਜ਼ੋਨ ਦਾ ਇਹਦੇ ਵਿੱਚ ਦਾ ਰੋਲ ਇਹੀ ਰਹੇਗਾ ਵੀ ਇਹ ਜਿਹੜੀ ਤਕਨੀਕੀ ਜਿੰਨਾ ਵੀ ਸਹਿਯੋਗ ਹੈਗਾ, ਠੀਕ ਹੈ ਨਾ, ਟੈਕਨੋਲੋਜੀ ਦਾ, ਉਹ ਸਾਰਾ ਕੁਝ ਸਹਿਯੋਗ ਕੀ ਆਪਾਂ ਨੂੰ ਹੁਣ ਐਮਾਜ਼ੋਨ ਕਰੇਗਾ, ਠੀਕ ਹੈ ਨਾ। ਬਸ ਉਹਨੇ ਐਮਾਜ਼ੋਨ ਦੇ ਨਾਲ ਯਾਦ ਰੱਖਣਾ ਵੀ ਐਮਾਜ਼ੋਨ ਦੇ ਨਾਲ ਕੀ ਇਹ ਸਮਝੌਤਾ ਇਹ ਹੋਇਆ ਗਾ। ਬਾਕੀ ਐਮਾਜ਼ੋਨ ਦੀ ਗੱਲ ਕਰੀਏ, ਇਹਦੇ ਫਾਊਂਡਰ ਹੈਗੇ ਨੇ ਜੀ ਜੈਫ ਬੇਜੋਸ ਸਾਹਿਬ, ਠੀਕ ਹੈ ਨਾ। ਜੈਫ ਬੇਜੋਸ ਸਾਹਿਬ ਇੱਥੋਂ ਦੇ ਫਾਊਂਡਰ ਨੇਗੇ। ਔਰ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਦੁਨੀਆ ਦੇ ਦੂਜੇ ਨੰਬਰ ਸਭ ਤੋਂ ਅਮੀਰ ਵਿਅਕਤੀ ਬਣੇ ਨੇਗੇ, ਠੀਕ ਹੈ ਨਾ। ਪਹਿਲੇ ਨੰਬਰ 'ਤੇ ਚਲੇ ਗਏ ਨੇ ਇਲੋਨ ਮਸਕ ਸਾਹਿਬ। ਔਰ ਜੈਫ ਬੇਜੋਸ ਐਮਾਜ਼ੋਨ ਦੇ CEO ਵੀ ਹੈਗੇ ਨੇ। ਔਰ ਐਮਾਜ਼ੋਨ ਦੀ ਗੱਲ ਕਰੀਏ ਤਾਂ ਹੈੱਡਕੁਆਟਰ ਕਿੱਥੇ? ਵਾਸ਼ਿੰਗਟਨ DC ਦੇ ਵਿੱਚ, ਅਮਰੀਕਾ ਦੇ ਵਿੱਚ, ਠੀਕ ਹੈ ਨਾ। ਯਾਦ ਰੱਖਣਾ ਐਮਾਜ਼ੋਨ ਦਾ ਮੁੱਖ ਦਫ਼ਤਰ। ਤਾਂ ਇਹ ਸੋਨੇ ਯਾਦ ਰੱਖਣਾ। ਇਸ ਕੁਐਸਚਨ ਨਾਲ ਰਿਲੇਟਡ ਗੱਲ ਕਰਦੇ ਹਾਂ ਜੀ ਹੁਣ ਨੈਕਸਟ ਕੁਐਸਚਨ ਬਾਰੇ। ਵਿਚ ਆਰਗੇਨਾਈਜੇਸ਼ਨ ਹੈਜ਼ ਰਿਲੀਜ਼ਡ ਅ ਬੁੱਕ ਔਨ ਸੈਵੇਜ ਸਲੱਜ ਐਂਡ ਸੈਪਟੇਜ ਮੈਨੇਜਮੈਂਟ ਇਨ ਅਰਬਨ ਏਰੀਆਜ਼। ਦੇਖੋ ਜੀ, ਕਹਿੰਦੇ ਕਿਸ ਸੰਗਠਨ ਨੇ ਸ਼ਹਿਰੀ ਖੇਤਰਾਂ ਦੇ ਵਿੱਚ ਸੀਵਰੇਜ ਦੀ ਗੰਦਗੀ ਅਤੇ ਸੀਵਰੇਜ ਦੇ ਪ੍ਰਬੰਧਨ 'ਤੇ ਨਾ ਇੱਕ ਬੁੱਕ ਨੂੰ ਜਾਰੀ ਕੀਤਾ ਗਿਆ? ਕਿਹੜੇ ਸੰਗਠਨ ਦੇ ਦੁਆਰਾ ਜਾਰੀ ਕੀਤਾ ਗਿਆ? ਦੇਖੋ ਜੀ, ਇਹ ਜਾਰੀ ਕੀਤਾ ਗਿਆ ਹੁਣ ਆਪਣੇ ਨੀਤੀ ਆਯੋਗ ਦੇ ਦੁਆਰਾ। ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਹੈ। ਅਸਲ ਦੇ ਵਿੱਚ ਇੱਕ ਕਿਤਾਬ ਨਹੀਂ ਹੈਗੀ, ਇਹ ਇੱਕ ਤਰੀਕੇ ਦੀ ਕੀ ਰਿਪੋਰਟ ਹੈਗੀ। ਔਰ ਇਹ ਰਿਪੋਰਟ ਦੇ ਵਿੱਚ ਜਿਹੜੇ ਵੀ ਆਪਣੇ ਸ਼ਹਿਰੀ ਗੰਦਗੀ, ਠੀਕ ਹੈ ਨਾ, ਜਿੰਨਾ ਵੀ ਸੀਵਰੇਜ ਦੀ ਗੰਦਗੀ ਹੁੰਦੀ ਹੈ ਜਾਂ ਪ੍ਰਬੰਧਨ ਹੁੰਦਾ, ਉਸ ਦੇ ਬਾਰੇ ਇਸ ਬੁੱਕ ਵਿੱਚ ਲਿਖਿਆ ਹੋਏਗਾ। ਟੋਟਲ ਇਸ ਬੁੱਕ ਦੇ ਵਿੱਚ ਇਸ ਤਰੀਕੇ ਨਾਲ 27 ਜਿਹੜੇ ਟੌਪਿਕ ਨੇਗੇ ਇਸ ਰਿਪੋਰਟ ਦੇ ਵਿੱਚ ਕੀ ਹੈ ਮੈਂਸ਼ਨ ਕੀਤੇ ਹੋਏ ਨੇਗੇ। ਔਰ ਇਹ ਯਾਦ ਰੱਖਣਾ, ਇਸ ਤਰੀਕੇ ਦੀ ਹੁਣ ਰਿਪੋਰਟ ਨੂੰ ਇੱਕ ਜਾਰੀ ਕੀਤਾ ਗਿਆ ਨੀਤੀ ਆਯੋਗ ਦੇ ਦੁਆਰਾ, ਠੀਕ ਹੈ ਨਾ। ਤਾਂ ਤੁਹਾਨੂੰ ਇਸ ਰਿਪੋਰਟ ਬਾਰੇ ਧਿਆਨ ਵਿੱਚ ਰੱਖਣਾ। ਬਾਕੀ ਨੀਤੀ ਆਯੋਗ ਦੀ ਵੀ ਗੱਲ ਕਰੀਏ, ਨੈਸ਼ਨਲ ਇੰਸਟੀਟਿਊਸ਼ਨ ਐਂਡ ਟਰਾਂਸਫਾਰਮਿੰਗ ਇੰਡੀਆ ਦਾ ਪੂਰਾ ਨਾਂ ਜੀ। ਨੀਤੀ ਆਯੋਗ ਦੀ ਸਥਾਪਨਾ 2015 ਵਿੱਚ ਪਲੈਨਿੰਗ ਕਮਿਸ਼ਨ ਦੀ ਥਾਂ 'ਤੇ ਕੀਤੀ ਗਈ ਸੀ।
ਨੀਤੀ ਆਯੋਗ ਦੇ ਜਿਹੜੇ ਪ੍ਰਧਾਨ ਨੇ ਹਮੇਸ਼ਾ PM ਹੁੰਦੇ ਨੇਗੇ, ਤਾਂ ਕੌਣ ਨੇ? ਨਰਿੰਦਰ ਮੋਦੀ ਹੈਗੇ ਨੇਗੇ, ਠੀਕ ਹੈ ਨਾ। ਬਾਕੀ ਨੀਤੀ ਆਯੋਗ ਦੀ ਗੱਲ ਕਰੀਏ ਵਾਈਸ ਚੇਅਰਮੈਨ ਦੀ, ਰਾਜੀਵ ਕੁਮਾਰ ਨੇਗੇ, ਔਰ ਨੀਤੀ ਆਯੋਗ ਦੇ CEO ਅਮਿਤਾਭ ਕਾਂਤ ਸਾਹਿਬ ਹੈਗੇ ਨੇਗੇ। ਤਾਂ ਬੇਸਿਕ ਜਿਹੇ ਫੈਕਟਸ ਨੂੰ ਹਮੇਸ਼ਾ ਯਾਦ ਰਹਿਣੇ ਚਾਹੀਦੇ ਨੇਗੇ। ਬਾਕੀ ਦੇਖੋ ਆਪਾਂ ਨੇ ਪਿਛਲੀ ਕਲਾਸ 'ਚ ਨੀਤੀ ਆਯੋਗ ਬਾਰੇ ਇੱਕ ਨਿਊਜ਼ ਪੜ੍ਹੀ ਸੀ, ਇੱਕ ਇੰਡੈਕਸ ਜਾਰੀ ਕੀਤਾ ਸੀ ਇਸਨੇ। ਕਿਹੜਾ ਇੰਡੈਕਸ ਸੀ? ਇਨੋਵੇਸ਼ਨ ਇੰਡੈਕਸ ਸੀਗਾ, ਠੀਕ ਹੈ ਨਾ। ਇਨੋਵੇਸ਼ਨ ਇੰਡੈਕਸ ਦੇ ਵਿੱਚ ਕਿਹੜਾ ਰਾਜ ਸਭ ਤੋਂ ਟੌਪ 'ਤੇ ਰਿਹਾ ਸੀ? ਕਰਨਾਟਕਾ ਸਟੇਟ ਸਭ ਤੋਂ ਟੌਪ 'ਤੇ ਰਿਹਾ ਸੀ ਭਾਰਤ ਵਿੱਚੋਂ। ਬਾਕੀ ਆਪਣਾ ਪੰਜਾਬ 10ਵੇਂ ਨੰਬਰ 'ਤੇ ਰਿਹਾ ਸੀ ਇਸ ਇੰਡੈਕਸ ਵਿੱਚੋਂ, ਇਨੋਵੇਸ਼ਨ ਇੰਡੈਕਸ। ਦੇਖੋ ਨੀਤੀ ਆਯੋਗ ਨੇ ਵੈਸੇ ਕਈ ਸਾਰੇ ਇੰਡੈਕਸ ਜਾਰੀ ਕੀਤੇ ਨੇ, ਆਪਾਂ ਪਿਛਲੀ ਕਲਾਸ ਵਿੱਚ ਵੀ ਰਿਵਾਈਜ਼ ਕਰ ਸੀ, ਚਲੋ ਇੱਕ ਵਾਰੀ ਫੇਰ ਦੱਸ ਦਿੰਦਾ। ਇੱਕ ਤਾਂ ਦੇਖੋ ਅੱਜ ਵਾਲੀ ਜਿਹੜਾ ਹੁਣ ਦੱਸਿਆ ਤੁਹਾਨੂੰ ਇਨੋਵੇਸ਼ਨ ਇੰਡੈਕਸ, ਇਸ ਤੋਂ ਪਹਿਲਾਂ ਨੀਤੀ ਆਯੋਗ ਨੇ ਇੱਕ ਵਾਟਰ ਮੈਨੇਜਮੈਂਟ ਇੰਡੈਕਸ ਜਾਰੀ ਕੀਤਾ ਸੀ। ਗੁਜਰਾਤ ਸਟੇਟ ਟੌਪ 'ਤੇ ਰਿਹਾ ਸੀ ਉਹਦੇ ਵਿੱਚ, ਆਪਣਾ ਪੰਜਾਬ ਰਿਹਾ ਸੀ 9ਵੇਂ ਨੰਬਰ 'ਤੇ। ਬਾਕੀ ਇੱਕ ਐਕਸਪੋਰਟ ਪ੍ਰਪੇਅਰਨੈਸ ਇੰਡੈਕਸ, ਉਹਦੇ ਵਿੱਚ ਵੀ ਗੁਜਰਾਤ ਟੌਪ 'ਤੇ ਸੀ, ਆਪਣਾ ਪੰਜਾਬ ਰਿਹਾ ਸੀ 18ਵੇਂ ਨੰਬਰ 'ਤੇ ਉਹਦੇ ਵਿੱਚ। ਔਰ ਇਸ ਤੋਂ ਇਲਾਵਾ ਇੱਕ ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ਵਿੱਚ ਕੇਰਲਾ ਟੌਪ 'ਤੇ ਰਿਹਾ ਸੀ, ਔਰ ਪੰਜਾਬ ਦੀ ਗੱਲ ਕਰੀਏ 18ਵੇਂ ਨੰਬਰ 'ਤੇ ਸੀ। ਔਰ ਇੱਕ ਹੈਲਥ ਇੰਡੈਕਸ ਵੀ ਜਾਰੀ ਕੀਤਾ ਸੀ, ਇਹਦੇ ਵਿੱਚ ਵੀ ਕੇਰਲਾ ਟੌਪ 'ਤੇ ਸੀ, ਔਰ ਪੰਜਾਬ ਦੀ ਗੱਲ ਕਰੀਏ ਤਾਂ 5ਵੇਂ ਨੰਬਰ 'ਤੇ ਸੀ ਇਹ ਹੈਲਥ ਇੰਡੈਕਸ ਵਿੱਚੋਂ। ਇਹ ਸਾਰੇ ਇੰਡੈਕਸ ਨੀਤੀ ਆਯੋਗ ਨੇ ਜਾਰੀ ਕੀਤੇ ਨੇਗੇ, ਤਾਂ ਇਸ ਨੂੰ ਧਿਆਨ ਵਿੱਚ ਰੱਖਣੇ ਪੈਣਗੇ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਜੀ ਹੁਣ ਆਪਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਹੈਜ਼ ਅਗੇਨ ਜੁਆਇਨ ਦੀ ਪੈਰਿਸ ਕਲਾਈਮੇਟ ਐਗਰੀਮੈਂਟ। ਦੇਖੋ ਜੀ ਕਹਿੰਦੇ ਕਿਹੜਾ ਦੇਸ਼ ਫਿਰ ਤੋਂ ਪੈਰਿਸ ਜਲਵਾਯੂ ਸਮਝੌਤੇ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਗਾ ਹੁਣ। ਦੇਖੋ ਜੀ ਅਗਰ ਆਪਾਂ ਗੱਲ ਕਰੀਏ ਪੈਰਿਸ ਜਲਵਾਯੂ ਸਮਝੌਤੇ ਵਿੱਚ, ਜਿਹੜਾ ਹੁਣ ਅਮਰੀਕਾ ਗਾ ਇਹ ਪਹਿਲਾਂ ਬਾਹਰ ਹੋ ਗਿਆ ਸੀਗਾ। ਦੇਖੋ ਬਾਹਰ ਜਦੋਂ ਨਾ ਇਹਨਾਂ ਦਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਸੀਗਾ, ਤਾਂ ਡੋਨਾਲਡ ਟਰੰਪ ਕੀ ਆ ਉਸ ਸਮੇਂ ਕੀ ਸਮਝੌਤੇ ਤੋਂ ਬਾਹਰ ਹੋ ਗਿਆ ਸੀ। ਪਰ ਹੁਣ ਅਮਰੀਕਾ ਦਾ ਨਵਾਂ ਪ੍ਰੈਜ਼ੀਡੈਂਟ ਬਣੇਗਾ, ਜੋ ਬਾਈਡਨ ਸਾਹਿਬ ਬਣੇ ਨੇਗੇ। ਜੋ ਬਾਈਡਨ ਨੇ ਦੁਬਾਰੇ ਜੁਆਇਨ ਕਰ ਲਿਆ ਗਾ ਪੈਰਿਸ ਜਲਵਾਯੂ ਸਮਝੌਤੇ ਨੂੰ, ਠੀਕ ਹੈ ਨਾ। ਬਾਕੀ ਅੱਛਾ ਪੈਰਿਸ ਜਲਵਾਯੂ ਸਮਝੌਤੇ ਬਾਰੇ ਗੱਲ ਕਰੀਏ ਤਾਂ ਦਸੰਬਰ 2015 ਦੇ ਵਿੱਚ ਤਾਂ ਇਹਦੀ ਅਨਾਊਂਸਮੈਂਟ ਕੀਤੀ ਵੀ ਇਸ ਤਰੀਕੇ ਦਾ ਸਮਝੌਤਾ ਲੈ ਕੇ ਆਵਾਂਗੇ। ਨਵੰਬਰ 2016 ਵਿੱਚ ਇਹ ਸਮਝੌਤਾ ਲਾਗੂ ਹੋ ਗਿਆ ਸੀਗਾ, ਔਰ ਇਹ ਹੈਗਾ ਕਾਹਦੇ ਵਾਸਤੇ? ਆਪਣੇ ਵਾਤਾਵਰਨ ਨੂੰ ਬਚਾਉਣ ਵਾਸਤੇ ਇੱਕ ਸਮਝੌਤਾ ਕੀਤਾ ਹੋਇਆ ਸੀ, ਕਲਾਈਮੇਟ ਚੇਂਜ ਦੇ ਉੱਤੇ ਕੀ ਹੈ ਇੱਕ ਸਮਝੌਤਾ ਹੈਗਾ ਸੀਗਾ, ਔਰ ਜਿਹਦੇ ਵਿੱਚ ਕੀ ਅਮਰੀਕਾ ਬਾਹਰ ਹੋ ਗਿਆ ਸੀਗਾ। ਅਤੇ ਹੁਣ ਦੁਬਾਰੇ ਹੁਣ ਜਦੋਂ ਇਹਨਾਂ ਦੇ ਨਵੇਂ ਪ੍ਰੈਜ਼ੀਡੈਂਟ ਬਣਨੇ ਜੋ ਬਾਈਡਨ ਸਾਹਿਬ ਨੇ ਅਨਾਊਂਸਮੈਂਟ ਕੀਤੀ ਆ ਵੀ ਅਸੀਂ ਦੁਬਾਰੇ ਇਸ ਸਮਝੌਤੇ ਵਿੱਚ ਸ਼ਾਮਿਲ ਹੋਵਾਂਗੇ, ਠੀਕ ਹੈ ਨਾ। ਬਾਕੀ ਅੱਛਾ ਜੋ ਬਾਈਡਨ ਦੀ ਗੱਲ ਕਰੀਏ ਅਮਰੀਕਾ ਦੇ ਕਿੰਨਵੇਂ ਨੰਬਰ ਦੇ ਪ੍ਰੈਜ਼ੀਡੈਂਟ ਬਣਨੇ? ਯਾਦ ਰੱਖਣੇ ਜਿਵੇਂ 46ਵੇਂ ਨੰਬਰ ਦੇ ਪ੍ਰੈਜ਼ੀਡੈਂਟ ਬਣੇ। ਬਾਕੀ ਸਭ ਤੋਂ ਵੱਡੀ ਉਮਰ ਦੇ ਪ੍ਰੈਜ਼ੀਡੈਂਟ ਬਣਨ ਵਾਲੇ ਅਮਰੀਕਾ ਦੇ ਪਹਿਲੇ ਵਿਅਕਤੀ ਹੋਏ ਨੇ। ਕਿੰਨੀ ਉਮਰ ਹੈ ਇਹਨਾਂ ਦੀ? 78 ਸਾਲ ਦੀ ਉਮਰ ਹੈਗੀ, ਠੀਕ ਹੈ ਨਾ, ਯਾਦ ਰੱਖਣਾ। ਔਰ ਅਮਰੀਕਾ ਦੇ ਹੁਣ ਵੈਸੇ ਵਾਈਸ ਪ੍ਰੈਜ਼ੀਡੈਂਟ ਵੀ ਬਣੀ ਹੈ, ਪਹਿਲੀ ਵਾਰ ਕੋਈ ਔਰਤ ਵਾਈਸ ਪ੍ਰੈਜ਼ੀਡੈਂਟ ਬਣੀ ਹੈ ਅਮਰੀਕਾ ਦੀ, ਜਿਹਦਾ ਨਾਮ ਹੈ ਕਮਲਾ ਹੈਰਿਸ, ਠੀਕ ਹੈ ਨਾ। ਤਾਂ ਇਹਨਾਂ ਨਾਮ ਵੀ ਇੰਪੋਰਟੈਂਟ ਹੈ, ਇਹਨਾਂ ਬਾਰੇ ਵੀ ਧਿਆਨ 'ਚ ਰੱਖਣਾ। ਅਮਰੀਕਾ ਦੀ ਗੱਲ ਕਰੀਏ ਕੈਪੀਟਲ ਹੈਗੀ ਜੀ ਵਾਸ਼ਿੰਗਟਨ DC, ਠੀਕ ਹੈ ਨਾ। ਔਰ ਵਾਸ਼ਿੰਗਟਨ DC ਪੋਟੋਮੈਕ ਰਿਵਰ ਦੇ ਕਿਨਾਰੇ ਇੱਕ ਵਸਿਆ ਹੋਇਆ ਸ਼ਹਿਰ ਹੈ, ਠੀਕ ਹੈ ਨਾ, ਤੁਸੀਂ ਯਾਦ ਰੱਖਣਾ ਫੈਕਟ। ਬਾਕੀ ਅਮਰੀਕਾ ਦੀ ਸੰਸਦ ਦਾ ਨਾਂ ਕਈ ਵਾਰੀ ਆ ਜਾਣਾ ਹੁੰਦਾ, ਕਾਂਗਰਸ ਹੈ ਜੀ, ਠੀਕ ਹੈ ਨਾ। ਅਮਰੀਕਾ ਦੀ ਸੰਸਦ ਨਾਲ ਕਾਂਗਰਸ। ਔਰ ਅਮਰੀਕਾ ਦੇ ਵਿੱਚ ਟੋਟਲ ਸਟੇਟ 50 ਨੇਗੇ, ਠੀਕ ਹੈ ਨਾ। ਦੇਖੋ ਅਮਰੀਕਾ ਦਾ ਤੁਸੀਂ ਫਲੈਗ ਦੇਖਿਆ ਹੋਣਾ, ਅਮਰੀਕਾ ਦੇ ਫਲੈਗ ਦੇ ਵਿੱਚ ਨਾ ਟੋਟਲ 50 ਸਟਾਰ ਹੁੰਦੇ ਨੇਗੇ। ਉਹ 50 ਸਟਾਰ ਕਾਹਦੇ ਵਾਸਤੇ ਨੇ? ਉਹ 50 ਸਟਾਰ ਅਮਰੀਕਾ ਦੇ 50 ਸਟੇਟ ਨੂੰ ਦਰਸਾਉਂਦੇ ਨੇ, ਠੀਕ ਹੈ, ਜਿੰਨੇ ਵੀ 50 ਰਾਜ ਨੇ ਉਹਨਾਂ ਨੂੰ ਦਰਸਾਉਂਦੇ, ਠੀਕ ਹੈ ਨਾ। ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਸਟੈਟਿਕ ਜੀਕੇ ਦੇ ਪੁਆਇੰਟ ਆਫ ਵਿਊ ਤੋਂ। ਸੋ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਬਾਰੇ। ਵਟ ਇਜ਼ ਦੀ ਨੇਮ ਆਫ ਦੀ ਮਿਲਟਰੀ ਐਕਸਰਸਾਈਜ਼ ਵਿਚ ਵਿਲ ਇਨਕਲੂਡ ਦੀ ਇੰਡੀਅਨ ਆਰਮੀ, ਨੇਵੀ, ਏਅਰਫੋਰਸ ਐਂਡ ਕੋਸਟ ਗਾਰਡ। ਦੇਖੋ ਜੀ ਇੰਪੋਰਟੈਂਟ ਪ੍ਰਸ਼ਨ ਆਪਣੇ ਲਈ ਇਹ, ਕਹਿੰਦੇ ਉਸ ਸੈਨਿਕ ਅਭਿਆਸ ਦਾ ਨਾਂ ਦੱਸੋ ਜਿਸ ਦੇ ਵਿੱਚ ਕੀ ਹੁਣ ਭਾਰਤੀ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਤੱਟ ਰੱਖਕ ਸੈਨਾ, ਜਾਣੀ ਕਿ ਆਪਣੀਆਂ ਜਿਹੜੀਆਂ ਚਾਰੇ ਸੈਨਾਵਾਂ ਨੇ ਇਹ ਸ਼ਾਮਿਲ ਹੋਣਗੀਆਂ ਹੁਣ। ਤਾਂ ਇਸ ਅਭਿਆਸ ਦਾ ਨਾਂ ਹੈਗਾ ਜੀ ਕਵਚ। ਆਪਸ਼ਨ ਨੰਬਰ D ਬਿਲਕੁਲ ਰਾਈਟ ਆਨਸਰ ਹੈ ਜੀ ਆਪਣਾ। ਇਹ ਹੁਣ ਅਗਲੇ ਹਫ਼ਤੇ ਜਾਣੀ ਕਿ ਹੁਣ ਹੋਣ ਜਾ ਰਿਹਾ ਅਭਿਆਸ, ਔਰ ਜਿਹਦੇ ਵਿੱਚ ਕਿ ਆਪਣੀ ਭਾਰਤੀ ਆਰਮੀ ਹੋਏਗੀ, ਸੈਨਾ ਹੋਏਗੀ, ਜਲ ਸੈਨਾ ਹੋਏਗੀ, ਹਵਾਈ ਸੈਨਾ ਹੋਏਗੀ, ਔਰ ਤੱਟ ਰੱਖਕ ਸੈਨਾ ਹੋਏਗੀ, ਠੀਕ ਹੈ ਨਾ। ਔਰ ਅਗਰ ਆਪਾਂ ਗੱਲ ਕਰੀਏ ਇਸ ਅਭਿਆਸ ਬਾਰੇ ਕਿੱਥੇ ਹੋਣਾ ਇਹ, ਦੇਖੋ ਜੀ ਇਹ ਹੋਏਗਾ ਹੁਣ ਅੰਡੇਮਾਨ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਇਹ ਹੁਣ ਅਭਿਆਸ ਜਿਹੜਾ ਹੋਣ ਜਾ ਰਿਹਾ ਹੈਗਾ, ਔਰ ਇਹਦਾ ਨਾਮ ਇੰਪੋਰਟੈਂਟ ਰਹੇਗਾ ਆਪਣੇ ਲਈ ਵੈਸੇ, ਠੀਕ ਹੈ ਨਾ। ਦੇਖੋ ਅਗਰ ਆਪਾਂ ਗੱਲ ਕਰੀਏ ਅੰਡੇਮਾਨ ਅਤੇ ਨਿਕੋਬਾਰ ਦੀ, ਇੱਕੋ ਇੱਕ ਅਜਿਹਾ ਸਟੇਸ਼ਨ ਐਕਸਰਸਾਈਜ਼ ਆਪਣਾ ਭਾਰਤ ਦੇ ਵਿੱਚ ਜਿੱਥੇ ਕਿ ਤਿੰਨੇ ਸੈਨਾਵਾਂ ਜਾਣੀ ਕਿ ਆਰਮੀ ਹੋ ਗਈ, ਏਅਰਫੋਰਸ ਹੋ ਗਈ, ਔਰ ਆਪਣੀ ਇੰਡੀਅਨ ਨੇਵੀ ਹੋ ਗਈ, ਠੀਕ ਹੈ ਨਾ, ਤਿੰਨੇ ਇਕੱਠੀਆਂ ਅਭਿਆਸ ਕਰਦੀਆਂ ਨੇ। ਇਸੇ ਤਰੀਕੇ ਨਾਲ ਪਿਛਲੇ ਸਾਲ ਤੁਹਾਨੂੰ ਮੈਂ ਯਾਦ ਕਰਾਵਾਂ 3 ਤੋਂ 5 ਨਵੰਬਰ ਦੇ ਵਿੱਚ ਇੱਕ ਅਭਿਆਸ ਹੋਇਆ ਸੀਗਾ ਜਿਹਦਾ ਨਾਂ ਸੀ ਬੁੱਲ ਸਟ੍ਰਾਈਕ ਅਭਿਆਸ, ਠੀਕ ਹੈ ਨਾ। ਤਿੰਨੇ ਸੈਨਾਵਾਂ ਦਾ ਅਭਿਆਸ ਇੱਕ ਹੈਗਾ ਸੀਗਾ, ਔਰ ਇੱਥੇ ਹੀ ਹੋਇਆ ਸੀ ਵੀ, ਠੀਕ ਹੈ ਨਾ, ਇਹ ਤੁਹਾਨੂੰ ਯਾਦ ਰੱਖਣਾ। ਬਾਕੀ ਅੱਜ ਵਾਲਾ ਇੰਪੋਰਟੈਂਟ ਹੈ ਜੀ ਆਪਣੇ ਲਈ ਕਵਚ ਅਭਿਆਸ ਹੈ ਜੀ। ਚਾਰੇ ਜਿਹੜੀਆਂ ਆਪਣੀਆਂ ਸੈਨਾਵਾਂ ਨੇ ਇਹਨਾਂ ਵਿਚਕਾਰੇ ਹੋਵੇਗਾ ਅਭਿਆਸ, ਔਰ ਕਿੱਥੇ ਹੋਵੇਗਾ? ਆਪਣੇ ਅੰਡੇਮਾਨ ਸਾਗਰ ਅਤੇ ਆਪਣੇ ਬੰਗਾਲ ਦੀ ਖਾੜੀ ਦੇ ਵਿੱਚ, ਠੀਕ ਹੈ ਨਾ। ਤਾਂ ਤੁਹਾਨੂੰ ਇਹਦੇ ਬਾਰੇ ਯਾਦ ਰੱਖਣਾ, ਕਵਚ ਇਹਦਾ ਨਾਮ ਹੈਗਾ। ਬਾਕੀ ਦੇਖੋ ਆਪਾਂ ਨੇ ਪਿਛਲੀ ਕਲਾਸ ਵਿੱਚ ਹੀ ਪੜ੍ਹਿਆ ਸੀਗਾ
ਆਪਣੇ ਇੰਡੀਆ ਅਤੇ ਫਰਾਂਸ ਵਿਚਕਾਰ ਵੀ ਇੱਕ ਐਕਸਰਸਾਈਜ਼ ਹੋਏਗੀ ਔਰ ਜਿਹਦਾ ਨਾਮ ਹੈਗਾ ਐਕਸ ਡੈਜ਼ਰਟ ਨਾਈਟ 21। ਵੈਸੇ ਹੋ ਗਈ ਐਕਸਰਸਾਈਜ਼, ਤਾਂ ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ। ਔਰ ਕਿੱਥੇ ਹੋਈ ਹੈ ਇਹ? ਰਾਜਸਥਾਨ ਦੇ ਜੋਧਪੁਰ ਦੇ ਵਿੱਚ ਹੋਈ ਹੈ, ਠੀਕ ਹੈ ਨਾ। ਤਾਂ ਇਹਦੇ ਬਾਰੇ ਵੀ ਨਾਲ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬੀਨ ਅਪॉइंटेड ਐਜ਼ ਦੀ ਨੈਕਸਟ ਅੰਬੈਸਡਰ ਆਫ ਇੰਡੀਆ ਟੂ ਆਸੀਆਨ ਸਕੱਤਰੇਟ। ਦੇਖੋ ਜੀ ਕਹਿੰਦੇ ਕਿਸ ਨੂੰ ਆਸੀਆਨ ਸਕੱਤਰੇਤ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ। ਦੇਖੋ ਜੀ ਆਸੀਆਨ ਸਕੱਤਰੇਤ ਵਿੱਚ ਭਾਰਤ ਦੇ ਜਿਹੜੇ ਅਗਲੇ ਰਾਜਦੂਤ ਬਣੇ ਨੇ, ਇਹਨਾਂ ਦਾ ਇੰਪੋਰਟੈਂਟ ਹੈਗਾ ਆਪਸ਼ਨ ਨੰਬਰ ਡੀ, ਬਿਲਕੁਲ ਰਾਈਟ ਆਨਸਰ ਹੈ, ਜੈਂਤ ਖੋਬਰੇਜ ਇਹਨਾਂ ਦਾ ਨਾਮ ਹੈਗਾ ਜੀ। ਸੋ ਇਹਨਾਂ ਨਾਮ ਆਪਣੇ ਲਈ ਇੰਪੋਰਟੈਂਟ ਰਹਿਣ ਵਾਲਾ ਗਾ। ਬਾਕੀ ਗੱਲ ਆਸੀਆਨ ਦੀ ਕਰੀਏ, ਦੇਖੋ ਆਸੀਆਨ ਦਾ ਪੂਰਾ ਨਾਮ ਆਪਣੇ ਲਈ ਇੰਪੋਰਟੈਂਟ ਹੈਗਾ। ਆਸੀਆਨ ਦਾ ਪੂਰਾ ਨਾਮ ਹੁੰਦਾ ਜੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ। ਇਹਦਾ ਮੁੱਖ ਦਫ਼ਤਰ ਹੈਗਾ ਜੀ ਜਕਾਰਤਾ, ਇੰਡੋਨੇਸ਼ੀਆ ਵਿੱਚ, ਠੀਕ ਹੈ ਨਾ। ਤੁਸੀਂ ਇਹਦੇ ਬਾਰੇ ਯਾਦ ਰੱਖਣਾ। ਔਰ ਬਾਕੀ ਇਸ ਤੋਂ ਇਲਾਵਾ ਉਧਰ ਆਪਸ਼ਨ ਬਾਰੇ ਵੀ ਗੱਲ ਕਰੀਏ, ਆਪਸ਼ਨ ਨੰਬਰ ਏ ਮਨੀਸ਼ ਕੁਮਾਰ ਪਾਲ ਕੌਣ ਹੈ ਜੀ? ਪੁਰਤਗਾਲ ਦੇ ਵਿੱਚ ਆਪਣੇ ਭਾਰਤੀ ਰਾਜਦੂਤ ਬਣੇ ਸੀ। ਔਰ ਅਲੈਗਜ਼ੈਂਡਰ ਐਲਸ, ਇਹਨਾਂ ਨਾਮ ਵੀ ਇੰਪੋਰਟੈਂਟ ਹੈ ਵੈਸੇ, ਆਪਣੇ ਭਾਰਤ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਬਣੇ ਨੇ ਇਹ। ਔਰ ਤਰਨਜੀਤ ਸਿੰਘ ਸੰਧੂ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਹੈਗੇ ਨੇ ਇਹ, ਇਹਨਾਂ ਦਾ ਨਾਂ ਵੀ ਇੰਪੋਰਟੈਂਟ ਹੈ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਬੁੱਕ ਵੌਨ ਦੀ ਕੈਪੀਟਲ ਬਿਜ਼ਨਸ ਬੁੱਕ ਪ੍ਰਾਈਜ਼ ਫॉर 2020। ਦੇਖੋ ਜੀ ਕਹਿੰਦੇ ਕਿਹੜੀ ਕਿਤਾਬ ਨੇ 2020 ਦਾ ਕੈਪੀਟਲ ਬਿਜ਼ਨਸ ਬੁੱਕ ਅਵਾਰਡ ਜਿਹੜਾ ਜਿੱਤਿਆ ਗਾ। ਦੇਖੋ ਜੀ ਇੰਪੋਰਟੈਂਟ ਨਾਮ ਰਹੇਗਾ ਕੈਪੀਟਲ ਬਿਜ਼ਨਸ ਬੁੱਕ ਜਿਹੜਾ 2020 ਦਾ ਅਵਾਰਡ ਜਿੱਤਿਆ ਜੀ ਉਹਨਾਂ। ਬਿਗ ਬਿਲੀਅਨ ਸਟਾਰਟਅਪ ਦੀ ਅਨਟੋਲਡ ਸਟੋਰੀ ਫਲਿੱਪਕਾਰਟ ਬੁੱਕ ਦੇ ਦੁਆਰਾ ਇਸ ਨੂੰ ਜਿੱਤਿਆ ਗਿਆ ਗਾ। ਦੇਖੋ ਜੀ ਬਾਕੀ ਇਸ ਬੁੱਕ ਬਾਰੇ ਗੱਲ ਕਰੀਏ, ਬਿਗ ਬਿਲੀਅਨ ਸਟਾਰਟਅਪ ਦੀ ਅਨਟੋਲਡ ਸਟੋਰੀ ਫਲਿੱਪਕਾਰਟ ਕਿਸ ਨੇ ਲਿਖੀ ਆ? ਮੇਹਰ ਦਲਾਲ ਦੇ ਦੁਆਰਾ ਇਸ ਬੁੱਕ ਨੂੰ ਲਿਖਿਆ ਗਿਆ ਸੀਗਾ, ਠੀਕ ਹੈ ਨਾ। ਔਰ ਬਾਕੀ ਅਦਰ ਆਪਸ਼ਨ ਬਾਰੇ ਵੀ ਗੱਲ ਕਰੀਏ, ਬਿਲਕੁਲ ਲੇਟੈਸਟ ਬੁੱਕਸ ਹੈਗੀਆਂ ਨੇ ਜਿਹੜੀਆਂ ਹਾਲ ਹੀ ਦੇ ਵਿੱਚ ਲਿਖੀਆਂ ਗਈਆਂ ਨੇ। ਸਭ ਤੋਂ ਪਹਿਲਾਂ ਗੱਲ ਕਰੀਏ ਹੂ ਪੇਂਟਡ ਮਾਈ ਲਾਸਟ ਰੈਡ, ਸ਼੍ਰੀ ਅਈਅਰ ਦੇ ਦੁਆਰਾ ਇਸ ਬੁੱਕ ਨੂੰ ਲਿਖਿਆ ਗਿਆ ਸੀ ਜੀ। ਔਰ ਰਾਈਟ ਅੰਡਰ ਆਰ ਨੋਜ਼ ਆਪਸ਼ਨ ਨੰਬਰ ਬੀ, ਆਰ ਗਿਰੀਧਰਨ ਸਾਹਿਬ ਨੇ ਇਸ ਬੁੱਕ ਨੂੰ ਲਿਖਿਆ ਸੀਗਾ। ਔਰ ਬਾਕੀ ਮਨੋਹਰ ਪਾਰੀਕਰ ਆਫ ਦੀ ਰਿਕਾਰਡ ਆਪਸ਼ਨ ਨੰਬਰ ਸੀ, ਹਾਲ ਹੀ ਦੇ ਵਿੱਚ ਪੜ੍ਹਿਆ ਸੀ ਜੀ। ਬਾਮਨ ਸੂਬਾ ਪ੍ਰਭੂ ਨੇ ਇਸ ਨੂੰ ਲਿਖਿਆ ਸੀ ਬੁੱਕ ਨੂੰ। ਔਰ ਇਸ ਬੁੱਕ ਨੂੰ ਲਾਂਚ ਕੀਤਾ ਸੀ ਗੋਆ ਦੇ ਸੀਐਮ ਪ੍ਰਮੋਦ ਸਾਵੰਤ ਦੇ ਦੁਆਰਾ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ, ਮਨੋਹਰ ਪਾਰੀਕਰ ਆਫ ਦੀ ਰਿਕਾਰਡ ਬੁੱਕ ਬਾਰੇ, ਠੀਕ ਹੈ ਨਾ, ਇੰਪੋਰਟੈਂਟ ਹੈ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਲੌਂਚ ਡੋਰ ਸਟੈਪ ਡਿਲੀਵਰੀ ਪ੍ਰੋਗਰਾਮ ਟੂ ਸਪਲਾਈ ਰਾਸ਼ਨ ਟੂ ਜਨਰਲ ਪਬਲਿਕ। ਦੇਖੋ ਜੀ ਕਹਿੰਦੇ ਕਿਸ ਰਾਜ ਨੇ ਆਮ ਲੋਕਾਂ ਨੂੰ ਰਾਸ਼ਨ ਸਪਲਾਈ ਕਰਨ ਲਈ ਡੋਰ ਸਟੈਪ ਡਿਲੀਵਰੀ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਾ। ਦੇਖੋ ਜੀ ਜਿਹੜਾ ਇਹ ਪ੍ਰੋਗਰਾਮ ਆ ਨਾ, ਇਹ ਹੁਣ ਸ਼ੁਰੂ ਕੀਤਾ ਗਾ ਆਂਧਰਾ ਪ੍ਰਦੇਸ਼ ਸਰਕਾਰ ਨੇ। ਆਂਧਰਾ ਪ੍ਰਦੇਸ਼ ਜਿਹੜੇ ਸੀਐਮ ਨੇ ਨਾ ਜਗਨ ਮੋਹਨ ਰੈਡੀ ਸਾਹਿਬ, ਉਹਨਾਂ ਦੁਆਰਾ ਇਸ ਸਕੀਮ ਨੂੰ ਸ਼ੁਰੂ ਕੀਤਾ ਗਿਆ ਗਾ। ਔਰ ਦੇਖੋ ਸਿੱਧੀ ਜੀ ਗੱਲ ਆ, ਜਿਹੜਾ ਇਹ ਡੋਰ ਸਟੈਪ ਡਿਲੀਵਰੀ ਪ੍ਰੋਗਰਾਮ ਆ, ਇਹਦੇ ਵਿੱਚ ਜਿਹੜੇ ਲੋਕਾਂ ਦੇ ਆਂਧਰਾ ਪ੍ਰਦੇਸ਼ ਸਰਕਾਰ ਜਿਹੜੇ ਲੋਕ ਨੇਗੇ, ਆਂਧਰਾ ਪ੍ਰਦੇਸ਼ 'ਚ ਰਹਿੰਦੇ ਜਿਹੜੇ ਲੋਕ ਨੇ, ਉਹਨਾਂ ਦੇ ਜਿਨ੍ਹਾਂ ਦੇ ਕੀ ਰਾਸ਼ਨ ਕਾਰਡ ਬਣੇ ਹੋਏ ਨੇ ਸਰਕਾਰ ਦੇ ਵੱਲੋਂ, ਹੁਣ ਉਹਨਾਂ ਦਾ ਕੀ ਰਾਸ਼ਨ ਉਹਨਾਂ ਦੇ ਘਰ ਘਰ ਵਿੱਚ ਪਹੁੰਚਾਇਆ ਜਾਏਗਾ। ਟੋਟਲ ਸਰਕਾਰ ਨੇ ਇਸ ਵਾਸਤੇ 9260 ਵਾਹਨ ਜਿਹੜੇ ਲਏ ਨੇਗੇ, ਜਿਹੜੇ ਕਿ ਘਰ ਘਰ ਜਾ ਕੇ ਜਿਹੜੇ ਲੋਕਾਂ ਦਾ ਰਾਸ਼ਨ ਕਾਰਡ ਬਣਿਆ ਉਹਨਾਂ ਦਾ ਘਰ ਤੱਕ ਰਾਸ਼ਨ ਪਹੁੰਚਾਏਗਾ। ਦੇਖੋ ਦੋ ਗੱਲਾਂ ਨੂੰ ਮੇਨ ਰੱਖਿਆ ਗਿਆ, ਇੱਕ ਤਾਂ ਲੋਕਾਂ ਨੂੰ ਲੰਮੀ ਲਾਈਨ ਵਿੱਚ ਨਹੀਂ ਲੱਗਣਾ ਪਏਗਾ, ਔਰ ਬਾਕੀ ਕੋਵਿਡ ਕਰਕੇ ਵੀ ਇਹ ਗੱਲ ਦਾ ਧਿਆਨ ਰੱਖਿਆ ਗਿਆ ਗਾ, ਕਿਉਂਕਿ ਰਾਸ਼ਨ ਸਿੱਧਾ ਘਰੇ ਪਹੁੰਚੇਗਾ। ਬਾਕੀ ਰਾਸ਼ਨ ਦੇ ਵਿੱਚ ਮਿਲਾਵਟ ਕਰਨ ਨੂੰ ਕੀ ਹੈ, ਉਹ ਗੁੰਜਾਇਸ਼ ਨਹੀਂ ਬਚੇਗੀ, ਕਿਉਂਕਿ ਰਾਸ਼ਨ ਬਿਲਕੁਲ ਸਰਕਾਰ ਤੋਂ ਸਿੱਧਾ ਅਗਲੇ ਦੇ ਘਰੇ ਪਹੁੰਚੇਗਾ, ਠੀਕ ਹੈ ਨਾ। ਬਾਕੀ ਇਹਦੀ ਸਕੀਮ ਦਾ ਨਾਂ ਯਾਦ ਰੱਖਣਾ ਤੁਹਾਨੂੰ, ਡੋਰ ਸਟੈਪ ਡਿਲੀਵਰੀ ਪ੍ਰੋਗਰਾਮ ਇਸ ਸਕੀਮ ਦਾ ਨਾਮ ਹੈਗਾ ਗਾ। ਦੇਖੋ ਸਕੀਮ ਹੈਗੀ ਕਿਹਦੀ ਹੈਗੀ? ਆਂਧਰਾ ਪ੍ਰਦੇਸ਼ ਦੀ ਆ। ਤਾਂ ਆਂਧਰਾ ਪ੍ਰਦੇਸ਼ ਬਾਰੇ ਗੱਲਬਾਤ ਕਰ ਲੈਂਦੇ ਹਾਂ। ਵੈਸੇ ਬੜੇ ਦਿਨਾਂ ਬਾਅਦ ਆਂਧਰਾ ਪ੍ਰਦੇਸ਼ ਨਿਊਜ਼ ਵਿੱਚ ਆਏਗਾ। ਦੇਖੋ ਆਂਧਰਾ ਪ੍ਰਦੇਸ਼ ਦੀ ਕੈਪੀਟਲ ਯਾਦ ਰੱਖਣਾ, 3 ਕੈਪੀਟਲਾਂ ਨੇ। ਲੈਜਿਸਲੇਟਿਵ ਕੈਪੀਟਲ ਦੀ ਗੱਲ ਕਰੀਏ ਅਮਰਾਵਤੀ ਆ, ਐਡਮਿਨਿਸਟ੍ਰੇਟਿਵ ਕੈਪੀਟਲ ਦੀ ਗੱਲ ਕਰੀਏ ਤਾਂ ਵਿਸ਼ਾਖਾਪਤਨਮ ਆ, ਬਾਕੀ ਜੁਡੀਸ਼ਲੀ ਕੈਪੀਟਲ ਦੀ ਗੱਲ ਕਰੀਏ ਤਾਂ ਕੁਰਨੂਲ ਹੈ। ਔਰ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਸੀਐਮ ਹੁਣੀ ਦੱਸਿਆ ਜਗਨ ਮੋਹਨ ਰੈਡੀ ਸਾਹਿਬ ਨੇ, ਗਵਰਨਰ ਹੈ ਅਨੂਪ ਕੁਮਾਰ ਗੋਸਵਾਮੀ। ਦੇਖੋ ਜੀ ਆਂਧਰਾ ਪ੍ਰਦੇਸ਼ ਦੀ ਅਗਰ ਆਪਾਂ ਗੱਲਬਾਤ ਕਰਦੇ ਹਾਂ, ਆਂਧਰਾ ਪ੍ਰਦੇਸ਼ ਜਿੰਨੀਆਂ ਵੀ ਯੋਜਨਾਵਾਂ ਨੇ ਇੰਪੋਰਟੈਂਟ ਨੇਗੀਆਂ। ਔਰ ਆਂਧਰਾ ਪ੍ਰਦੇਸ਼ ਦੀਆਂ ਯੋਜਨਾਵਾਂ ਯਾਦ ਕਰਨੀਆਂ ਵੀ ਸੌਖੀਆਂ ਨੇ, ਕਿਉਂਕਿ ਯੋਜਨਾ ਨੂੰ ਜ਼ਿਆਦਾਤਰ ਜਿਹੜਾ ਮੂਹਰੇ 22SR ਲਿਖਿਆ ਹੁੰਦਾ, 22SR ਲਿਖਿਆ ਮਿਲ ਜੇ ਤਾਂ ਸਮਝ ਲਓ ਆਂਧਰਾ ਪ੍ਰਦੇਸ਼ ਦੀ ਯੋਜਨਾ। 22SR ਵਾਲੀਆਂ ਤੁਹਾਨੂੰ ਯੋਜਨਾਵਾਂ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀਆਂ ਰੀਸੈਂਟ ਦੀਆਂ ਨੇਗੀਆਂ। ਦੇਖੋ ਇੱਕ ਹਾਲ ਹੀ ਦੇ ਵਿੱਚ ਲਾਂਚ ਕੀਤੀ ਸੀ 22SR ਫ੍ਰੀ ਕ੍ਰੌਪ ਇੰਸ਼ੋਰੈਂਸ, ਯਾਨੀ ਕਿ ਮੁਫਤ ਫਸਲ ਬੀਮਾ ਯੋਜਨਾ ਆਂਧਰਾ ਪ੍ਰਦੇਸ਼ ਦੀ ਸੀਗੀ। ਔਰ ਇਸ ਤੋਂ ਇਲਾਵਾ 22SR ਮਤਸਿਆ ਕਾਰਾ ਭਰੋਸਾ ਯੋਜਨਾ ਸੀ, 22SR ਜਲ ਕਲਾ ਸਕੀਮ ਸੀ, ਔਰ 22SR ਆਸਰਾ ਯੋਜਨਾ, 22SR ਸੰਪੂਰਨ ਨਿਊਟ੍ਰੀਸ਼ਨ ਯੋਜਨਾ, ਬਾਕੀ 22SR ਚੌਥਾ ਯੋਜਨਾ, ਔਰ 22SR ਕਾਪੂ ਨੇਸਤਮ ਯੋਜਨਾ। ਦੇਖੋ ਕਾਪੂ ਨੇਸਤਮ ਯੋਜਨਾ, ਨੇਸਤਮ ਤੋਂ ਯਾਦ ਰੱਖਣਾ ਨੇਸਤਮ ਨੇਸਥਾ ਯੋਜਨਾ, ਇਹ ਵੀ ਕੀ ਹੈਗੀ ਆਂਧਰਾ ਪ੍ਰਦੇਸ਼ ਦੀ ਯੋਜਨਾ ਸੀਗੀ।
ਤਾਂ ਤੁਹਾਨੂੰ ਇਹ ਸਾਰੀਆਂ ਯੋਜਨਾਵਾਂ ਆਂਧਰਾ ਪ੍ਰਦੇਸ਼ ਦੀਆਂ ਯਾਦ ਰੱਖਣੀਆਂ। ਅੱਛਾ, ਇਸ ਤੋਂ ਇਲਾਵਾ ਵੀ ਕਈ ਹੋਰ ਯੋਜਨਾ ਨੇ। ਦੇਖੋ ਆਂਧਰਾ ਪ੍ਰਦੇਸ਼ ਸੀਐਮ ਦਾ ਨਾਂ ਕੀ ਹੈ? ਜਗਨ ਮੋਹਨ ਰੈਡੀ। ਜਿਹੜਾ ਇਹ ਜਗਨ ਸ਼ਬਦ ਆ ਨਾ, ਇਹ ਤੋਂ ਵੀ ਤੁਸੀਂ ਕਈ ਯੋਜਨਾਵਾਂ ਯਾਦ ਰੱਖ ਸਕਦੇ ਹੋ। ਦੇਖੋ ਜਗਨ ਤੋਂ ਜਗਨਾ ਵਿਦਿਆ ਦਿਵੰਨਾ ਯੋਜਨਾ ਹੋ ਗਈ, ਜਗਨਾ ਬਸਤੀ ਦਿਵੰਨਾ ਯੋਜਨਾ, ਜਗਨਾਨ ਚਦੇੜੂ ਯੋਜਨਾ ਔਰ ਜਗਨਾਨ ਥੋੜੂ ਯੋਜਨਾ ਹੋ ਗਈ। ਔਰ ਇਸ ਤੋਂ ਇਲਾਵਾ ਇੱਕ ਹੋਰ ਸੀ ਜਗਨਾਨ ਵਿਦਿਆ ਕਨੁਕਾ ਯੋਜਨਾ। ਤਾਂ ਇਹ ਸਾਰੀਆਂ ਯੋਜਨਾਵਾਂ ਜੀ ਆਂਧਰਾ ਪ੍ਰਦੇਸ਼ ਦੀਆਂ ਨੇਗੀਆਂ ਔਰ ਇਸ ਨੂੰ ਯਾਦ ਜ਼ਰੂਰ ਕਰ ਲਿਓ, ਇੰਪੋਰਟੈਂਟ ਨੇ ਸਾਰੀਆਂ ਯੋਜਨਾਵਾਂ, ਠੀਕ ਹੈ ਨਾ। ਤਾਂ ਇਸ ਉਹਨੇ ਆਂਧਰਾ ਪ੍ਰਦੇਸ਼ ਨਾਲ ਰਿਲੇਟਡ ਸਾਰੇ ਫੈਕਟ ਯਾਦ ਰੱਖਣੇ ਨੇ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਸੀਐਮ ਲੌਂਚਡ ਅਵਲੋਕਨਾ ਸਾਫਟਵੇਅਰ। ਦੇਖੋ ਜੀ ਕਹਿੰਦੇ ਕਿਹੜੇ ਰਾਜ ਦੇ ਮੁੱਖ ਮੰਤਰੀ ਨੇ ਅਵਲੋਕਨਾ ਸਾਫਟਵੇਅਰ ਨੂੰ ਲਾਂਚ ਕੀਤਾ ਗਾ। ਦੇਖੋ ਜਿਹੜਾ ਅਵਲੋਕਨਾ ਸਾਫਟਵੇਅਰ ਹੈ ਇਸ ਨੂੰ ਹੁਣ ਲਾਂਚ ਕੀਤਾ ਜੀ ਕਰਨਾਟਕਾ ਦੇ ਮੁੱਖ ਮੰਤਰੀ ਕੌਣ ਨੇਗੇ? BS ਯਦੂਰੱਪਾ ਸਾਹਿਬ, ਉਹਨਾਂ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਗਾ। ਔਰ ਦੇਖੋ ਅਵਲੋਕਨਾ ਕਾਹਦੇ ਵਾਸਤੇ ਸਾਫਟਵੇਅਰ ਇਹ ਇਹਦੇ ਵਾਸਤੇ ਆ ਵੀ ਕਰਨਾਟਕਾ ਸਰਕਾਰ ਨੇ ਹੁਣ ਤੱਕ ਜਿਹੜੇ ਆਪਣੇ 1800 ਕੰਮ ਕੀਤੇ ਨੇ ਨਾ, ਉਹਨਾਂ ਕੰਮਾਂ ਦਾ ਇਹਦੇ ਵਿੱਚ ਸਾਰਾ ਖਰਚਾ ਕਿੰਨਾ ਹੋਇਆ ਗਾ ਔਰ ਸਾਰਾ ਡਾਟਾ ਇਸ ਐਪਲੀਕੇਸ਼ਨ ਵਿੱਚ ਸਾਫਟਵੇਅਰ ਵਿੱਚ ਮਿਲ ਜਾਏਗਾ। ਔਰ ਜਿਹਦੇ ਜ਼ਰੀਏ ਕਿ ਸੈਂਟਰ ਸਰਕਾਰ ਨੂੰ ਕੀ ਕਰਨਾਟਕਾ ਸਰਕਾਰ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਖਾਤੇ ਦੇ ਹਿਸਾਬ ਨਾਲ ਉਹਨਾਂ ਨੂੰ ਕੀ ਫੰਡ ਦੇਣ ਵਿੱਚ ਕੀ ਆਸਾਨੀ ਹੋ ਜਾਏਗੀ। ਤਾਂ ਇਸੇ ਕਰਕੇ ਲਾਂਚ ਕੀਤਾ। ਬਾਕੀ ਇਸ ਸਾਫਟਵੇਅਰ ਦਾ ਨਾਂ ਯਾਦ ਰੱਖਣਾ, ਅਵਲੋਕਨਾ ਕਿਹਨੇ ਲਾਂਚ ਕੀਤਾ? ਕਰਨਾਟਕਾ ਦੇ ਸੀਐਮ BS ਯਦੂਰੱਪਾ ਸਾਹਿਬ ਨੇ ਲਾਂਚ ਕੀਤਾ। ਬਾਕੀ ਕਰਨਾਟਕਾ ਦੀ ਗੱਲ ਕਰੀਏ, ਗਵਰਨਰ ਇੱਥੇ ਹੈਗੇ ਨੇ ਜੀ ਵਜੂਭਾਈ ਵਾਲਾ ਔਰ ਇੱਥੋਂ ਦੀ ਕੈਪੀਟਲ ਬੈਂਗਲੁਰੂ ਸ਼ਹਿਰ ਇੱਥੋਂ ਦੀ ਕੀ ਕੈਪੀਟਲ ਹੈ, ਯਾਦ ਰੱਖਣਾ, ਠੀਕ ਹੈ ਨਾ। ਬਾਕੀ ਕਰਨਾਟਕਾ ਬਾਰੇ ਗੱਲ ਕਰੀਏ, ਦੇਖੋ ਆਪਾਂ ਨੇ ਪਿਛਲੀ ਕਲਾਸ ਵਿੱਚ ਹੀ ਪੜ੍ਹਿਆ ਸੀਗਾ, ਖੈਰ ਅੱਜ ਵੀ ਤੁਹਾਨੂੰ ਰਿਵਾਈਜ਼ ਕਰਾਇਆ ਮੈਂ। ਔਰ ਨੀਤੀ ਆਯੋਗ ਦਾ ਇੱਕ ਇੰਡੈਕਸ ਸੀ ਇਨੋਵੇਸ਼ਨ ਇੰਡੈਕਸ ਵਿੱਚ ਟੌਪ 'ਤੇ ਰਿਹਾ ਹੈਗਾ ਕਰਨਾਟਕਾ ਸਟੇਟ। ਆਪਣਾ ਪੰਜਾਬ ਰਿਹਾ 10ਵੇਂ ਨੰਬਰ 'ਤੇ। ਇਨੋਵੇਸ਼ਨ ਇੰਡੈਕਸ ਵਿੱਚ ਪਹਾੜੀ ਰਾਜਾਂ ਵਿੱਚ ਟੌਪ 'ਤੇ ਰਿਹਾ ਹਿਮਾਚਲ ਪ੍ਰਦੇਸ਼ ਔਰ ਯੂਟੀਆਂ ਵਿੱਚ ਟੌਪ 'ਤੇ ਰਿਹਾ ਸੀ ਦਿੱਲੀ, ਠੀਕ ਹੈ ਨਾ। ਇਹ ਬਾਰੇ ਤੁਹਾਨੂੰ ਧਿਆਨ ਵਿੱਚ ਰੱਖਣਾ। ਬਾਕੀ ਕਰਨਾਟਕਾ ਦਾ ਸਟੇਸ਼ਨ ਨਾਲ ਰਿਲੇਟਡ ਕੁਐਸਚਨ ਇੰਪੋਰਟੈਂਟ ਬਣਦੇ ਆ। ਕਰਨਾਟਕਾ ਦਾ ਹੁਬਲੀ ਸਟੇਸ਼ਨ ਹੈਗਾ, ਦੁਨੀਆ ਦਾ ਸਭ ਤੋਂ ਲੰਮਾ ਪਲੇਟਫਾਰਮ ਇੱਥੇ ਬਣਾਇਆ ਜਾ ਰਿਹਾ ਹੈ ਹੁਬਲੀ ਸਟੇਸ਼ਨ 'ਤੇ ਔਰ 1400 ਮੀਟਰ ਇਸ ਪਲੇਟਫਾਰਮ ਦੀ ਲੰਬਾਈ ਹੋਏਗੀ ਜੀ। ਬਾਕੀ ਹੁਬਲੀ ਸਟੇਸ਼ਨ ਦਾ ਨਾਮ ਵੀ ਚੇਂਜ ਕੀਤਾ ਗਿਆ, ਨਾਮ ਚੇਂਜ ਕਰਕੇ ਹੁਬਲੀ ਸਟੇਸ਼ਨ ਹੁਣ ਸ਼੍ਰੀ ਸਿੱਧ ਰੂਪਾ ਸਵਾਮੀ ਦੇ ਨਾਮ 'ਤੇ ਰੱਖਿਆ ਜਾ ਰਿਹਾ, ਠੀਕ ਹੈ ਨਾ। ਦੇਖੋ ਸਟੇਸ਼ਨ ਨਾਮ ਚੇਂਜ ਦੀ ਗੱਲ ਕਰਨ ਦੀ ਆਈ ਹੈਗੀ ਤਾਂ ਕਰਨਾਟਕਾ ਦਾ ਇੱਕ ਰੇਲਵੇ ਸਟੇਸ਼ਨ ਆ ਹਾਵੇਰੀ ਰੇਲਵੇ ਸਟੇਸ਼ਨ, ਉਸ ਦਾ ਵੀ ਨਾਮ ਚੇਂਜ ਕੀਤਾ ਗਿਆ। ਹਾਵੇਰੀ ਰੇਲਵੇ ਸਟੇਸ਼ਨ ਦਾ ਨਾਮ ਚੇਂਜ ਕਰਕੇ ਉਹਨੇ ਮਹਾਦਿਵੱਪਾ ਮਿਲੇਰਾ ਰੇਲਵੇ ਸਟੇਸ਼ਨ ਜਿਹੜਾ ਰੱਖਿਆ ਗਿਆ ਹੈਗਾ, ਠੀਕ ਹੈ ਨਾ। ਤਾਂ ਤੁਹਾਨੂੰ ਇਹ ਵੀ ਯਾਦ ਰੱਖਣਾ। ਬਾਕੀ ਕਰਨਾਟਕਾ ਦੇ ਵਿੱਚ ਇੰਟੀਗ੍ਰੇਟਡ ਏਅਰ ਐਂਬੂਲੈਂਸ ਸਰਵਿਸ ਨੂੰ ਵੀ ਸ਼ੁਰੂ ਕੀਤਾ ਗਿਆ ਸੀ ਕਰਨਾਟਕਾ ਸਟੇਟ ਵਿੱਚ। ਔਰ ਆਪਣੇ ਭਾਰਤ ਦਾ ਪਹਿਲਾ ਚੰਦਨ ਦਾ ਇੱਕ ਮਿਊਜ਼ੀਅਮ ਬਣਾਇਆ ਜਾ ਰਿਹਾ ਕਰਨਾਟਕਾ ਦੇ ਮੈਸੂਰ ਸ਼ਹਿਰ ਦੇ ਵਿੱਚ, ਤਾਂ ਤੁਹਾਨੂੰ ਇਹ ਯਾਦ ਰੱਖਣਾ। ਦੇਖੋ ਬਾਕੀ ਆਪਾਂ ਇੱਕ ਪੜ੍ਹਿਆ ਸੀ ਨਿਊਜ਼, ਕਰਨਾਟਕਾ ਦਾ ਇੱਕ ਨਵਾਂ ਜ਼ਿਲ੍ਹਾ ਬਣੇਗਾ। ਕਿਹੜਾ ਗਾ? ਜ਼ਿਲ੍ਹੇ ਦਾ ਨਾਮ ਹੈਗਾ ਵਿਜੇਨਗਰ। ਜਿਹੜਾ ਵਿਜੇਨਗਰ ਜ਼ਿਲ੍ਹਾ ਗਾ ਕਰਨਾਟਕਾ ਦਾ ਇੱਕ ਬਲਾਰੀ ਜ਼ਿਲ੍ਹਾ ਗਾ, ਉਸ ਤੋਂ ਅਲੱਗ ਹੋ ਕੇ ਹੁਣ ਇੱਕ ਨਵਾਂ ਜ਼ਿਲ੍ਹਾ ਬਣਿਆ ਗਾ, ਅਤੇ ਇਹ ਤੁਹਾਨੂੰ ਯਾਦ ਰੱਖਣਾ। ਬਾਕੀ ਕਰਨਾਟਕਾ ਬਾਰੇ ਯਾਦ ਰੱਖ ਸਕਦੇ। ਦੇਖੋ ਇੱਕ ਪੋਰਟਲ ਲਾਂਚ ਕੀਤਾ ਸੀ ਫਰੂਟਸ ਨਾਂ ਦਾ, ਇੰਪੋਰਟੈਂਟ ਹੈ ਇਹ। ਫਰੂਟਸ ਨਾਂ ਦਾ ਪੋਰਟਲ ਲਾਂਚ ਕੀਤਾ ਸੀ। ਵੈਸੇ ਫਰੂਟਸ ਪੋਰਟਲ ਦਾ ਪੂਰਾ ਨਾਂ ਹੈਗਾ ਫਰੂਟ ਦਾ ਫਾਰਮਰ ਰੈਜਿਸਟ੍ਰੇਸ਼ਨ ਐਂਡ ਯੂਨੀਫਾਈਡ ਬੈਨੀਫਿਸ਼ਰੀ ਇਨਫੋਰਮੇਸ਼ਨ ਸਿਸਟਮ ਇਸ ਦਾ ਪੋਰਟਲ ਦਾ ਪੂਰਾ ਨਾਂ ਸੀ, ਇਸਨੂੰ ਯਾਦ ਰੱਖਣਾ, ਠੀਕ ਹੈ ਨਾ। ਬਾਕੀ ਕਰਨਾਟਕਾ ਸਰਕਾਰ ਨੇ ਇੱਕ ਖੇਤੀ ਸੰਜੀਵਨੀ ਵੈਨ ਨੂੰ ਵੀ ਸ਼ੁਰੂ ਕੀਤਾ ਸੀ, ਇਹ ਵੀ ਆਪਾਂ ਨੇ ਪੜ੍ਹਿਆ ਸੀਗਾ, ਠੀਕ ਹੈ ਨਾ। ਬਾਕੀ ਇਸ ਤੋਂ ਇਲਾਵਾ ਕਰਨਾਟਕਾ ਦੇਖੋ ਇੱਕ ਸ਼ਹਿਰ ਹੈ ਮੈਂਗਲੁਰੂ ਸ਼ਹਿਰ। ਦੋ ਨਿਊਜ਼ ਹਮੇਸ਼ਾ ਯਾਦ ਰੱਖਣੀਆਂ ਮੈਂਗਲੁਰੂ ਸ਼ਹਿਰ ਤੋਂ। ਜਿਹੜੇ ਆਪਣੇ PM ਨਰਿੰਦਰ ਮੋਦੀ ਨੇਗੇ, ਉਹਨਾਂ ਨੇ ਕੇਰਲ ਦੇ ਕੋਚੀ ਤੋਂ ਲੈ ਕੇ ਕਰਨਾਟਕਾ ਦੇ ਮੈਂਗਲੁਰੂ ਤੱਕ 450 ਕਿਲੋਮੀਟਰ ਲੰਮੀ ਇੱਕ ਨੈਚੁਰਲ ਗੈਸ ਪਾਈਪ ਦਾ ਉਦਘਾਟਨ ਕੀਤਾ ਸੀਗਾ, ਠੀਕ ਹੈ ਨਾ। ਇਸ ਨੂੰ ਯਾਦ ਰੱਖਣਾ। ਬਾਕੀ ਮੈਂਗਲੁਰੂ ਸ਼ਹਿਰ ਦੇ ਵਿੱਚ ਇੱਕ ਨਿਊਜ਼ ਇਹ ਯਾਦ ਰੱਖਣੀ, ਆਪਣੇ ਭਾਰਤ ਦੀ ਪਹਿਲੀ ਕੋਸਟ ਗਾਰਡ ਅਕੈਡਮੀ ਵੀ ਇੱਥੇ ਖੁੱਲ੍ਹੇਗੀ ਹੁਣ, ਠੀਕ ਹੈ ਨਾ। ਤਾਂ ਇਹ ਸਾਰੀਆਂ ਨਿਊਜ਼ ਤੁਸੀਂ ਕਰਨਾਟਕਾ ਦੇ ਨਾਲ ਰਿਲੇਟਡ ਯਾਦ ਰੱਖਣੀਆਂ ਜੀ। ਸਾਰੀਆਂ ਨਿਊਜ਼ ਇੰਪੋਰਟੈਂਟ ਨੇਗੀਆਂ ਔਰ ਬਿਲਕੁਲ ਹਾਲ ਹੀ ਦੀਆਂ ਨਿਊਜ਼ ਨੇਗੀਆਂ, ਠੀਕ ਹੈ ਨਾ। ਸੋ ਤੁਹਾਨੂੰ ਇਹ ਜ਼ਰੂਰ ਯਾਦ ਰੱਖਣੀਆਂ। ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। 7 ਕੰਟਰੀਜ਼ ਇਨਕਲੂਡਿੰਗ ਈਰਾਨ ਲੋਸਟ ਦੀ ਰਾਈਟ ਆਫ ਵੋਟ ਇਨ ਵਿਚ ਆਰਗੇਨਾਈਜੇਸ਼ਨ। ਦੇਖੋ ਜੀ ਕਹਿੰਦੇ ਈਰਾਨ ਸਣੇ 7 ਦੇਸ਼ਾਂ ਨੇ ਕਿਸ ਸੰਗਠਨ ਦੇ ਵਿੱਚ ਵੋਟ ਪਾਉਣ ਦਾ ਜਿਹੜਾ ਇੱਕ ਅਧਿਕਾਰ ਸੀ ਉਹਨੂੰ ਗਵਾ ਲਿਆ ਗਾ। ਦੇਖੋ ਜੀ ਪ੍ਰਸ਼ਨ ਇੰਪੋਰਟੈਂਟ ਰਹੇਗਾ ਔਰ ਇਹ ਹੁਣ ਅਧਿਕਾਰ ਗਵਾ ਲਿਆ ਜੀ ਇਹਨਾਂ ਨੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ। ਦੇਖੋ ਜੀ ਅਗਰ ਆਪਾਂ ਇਹਦੀ ਗੱਲ ਕਰੀਏ ਤਾਂ UN ਦੇ ਜਿਹੜੇ ਡਾਇਰੈਕਟਰ ਜਨਰਲ ਨੇ ਕੌਣ ਨੇ? ਅੰਟੋਨੀਓ ਗੁਟਰੇਜ਼ ਹੈਗੇ ਨੇ। ਉਹਨਾਂ ਨੇ ਹੁਣ ਅਨਾਊਂਸਮੈਂਟ ਕੀਤੀ ਹੈ ਵੀ ਜਿਹੜੇ 7 ਦੇਸ਼ ਨੇਗੇ ਇਹਨਾਂ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਆਪਣਾ ਬਕਾਇਆ ਜਿਹੜਾ ਉਹ ਭੁਗਤਾਨ ਨਹੀਂ ਕੀਤਾ ਸੀਗਾ ਟਾਈਮ 'ਤੇ, ਤਾਂ ਕਰਕੇ ਇਹਨਾਂ ਦੇਸ਼ਾਂ ਕੋਲੋਂ ਕੀ ਹੁਣ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ ਗਾ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿੱਚੋਂ। ਅੱਛਾ ਇਹ 7 ਦੇਸ਼ ਹੈਗੇ ਕਿਹੜੇ ਕਿਹੜੇ? ਪਹਿਲਾਂ ਤਾਂ ਯਾਦ ਰੱਖਣਾ ਈਰਾਨ ਹੀ ਹੈ, ਦੂਜਾ ਨਾਈਜਰ ਹੈਗਾ, ਤੀਜਾ ਲੀਬੀਆ ਔਰ ਸੈਂਟਰਲ ਅਫਰੀਕਨ ਰਿਪਬਲਿਕ, ਬਾਕੀ ਕੌਨਗੋ ਬ੍ਰਾਜ਼ੀਲਾ ਔਰ ਸਾਊਥ ਸੁਡਾਨ ਔਰ ਲਾਸਟ ਵਨ ਯਾਦ ਰੱਖਣਾ ਜ਼ਿੰਬਾਬਵੇ, ਠੀਕ ਹੈ। ਰਿਪੀਟ ਕਰ ਦੇਣਾ, ਵੈਸੇ ਪਹਿਲਾਂ ਤਾਂ ਈਰਾਨ ਹੀ ਹੈ ਦੇਖੋ,
नाइजर है, लीबिया का, सेंट्रल एशिया रिपब्लिक, कॉन्गो, ब्राज़ील, साउथ सुडान हो गया और जिम्बावे। ये 7 कंट्रियां बारे याद रखना, इन्होंने नाम इंपोर्टेंट रहने अपने लिए, ठीक है ना। बाकी यूएन के डायरैक्टर जनरल अंटानियो गुटरेस ने स्थापना ਇਹਦੀ ਹੋਈ ਸੀ ਜੀ 24 ਅਕਤੂਬਰ 1945, ਤਾਂ ਕਰਕੇ 24 ਅਕਤੂਬਰ ਨੂੰ ਆ ਸਾਲ ਸੰਯੁਕਤ ਰਾਸ਼ਟਰ ਦਾ ਦਿਨ ਵੀ ਮਨਾਉਂਦੇ ਆਪਾਂ। ਔਰ ਇਹਦਾ ਮੁੱਖ ਦਫ਼ਤਰ ਨਿਊਯਾਰਕ ਸਿਟੀ ਵਿੱਚ ਹੈ, ਠੀਕ ਹੈ ਨਾ, ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਹੂ ਗੋਟ ਦੀ ਸਟੇਟਸ ਆਫ ਗੂਗਲ ਕਲਾਊਡ ਪਾਰਟਨਰ। ਦੇਖੋ ਜੀ ਕਹਿੰਦੇ ਗੂਗਲ ਕਲਾਊਡ ਪਾਰਟਨਰ ਦਾ ਦਰਜਾ ਹੁਣ ਕਿਸ ਨੂੰ ਮਿਲਿਆਗਾ, ਤਾਂ ਗੂਗਲ ਕਲਾਊਡ ਪਾਰਟਨਰ ਦਾ ਦਰਜਾ ਮਿਲਿਆ ਜੀ ਹੁਣ ਇਨਫੋਸਿਸ ਨੂੰ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆਪਣਾ। ਦੇਖੋ ਜੀ ਇਨਫੋਸਿਸ ਦੇ ਦੁਬਾਰਾ ਹੀ ਹੁਣ ਇਹ ਕਿਹਾ ਗਿਆ ਵੀ ਸਾਨੂੰ ਡਾਟਾ ਅਤੇ ਐਨਾਲਿਟਿਕ ਸਪੇਸ ਦੇ ਵਿੱਚ ਗੂਗਲ ਕਲਾਊਡ ਪਾਰਟਨਰ ਦਾ ਦਰਜਾ ਦੇ ਦਿੱਤਾ ਗਾ ਗੂਗਲ ਦੇ ਦੁਆਰਾ, ਠੀਕ ਹੈ ਨਾ। ਸੋਨੇ ਬਸ ਸਿੱਧਾ ਇਨਫੋਸਿਸ ਦਾ ਨਾਮ ਯਾਦ ਰੱਖਣਾ। ਬਾਕੀ ਇਨਫੋਸਿਸ ਬਾਰੇ ਗੱਲ ਕਰੀਏ, ਮੁੱਖ ਦਫ਼ਤਰ ਇਹਦਾ ਬੈਂਗਲੁਰੂ ਸ਼ਹਿਰ ਵਿੱਚ ਸਥਿਤ ਹੈ ਜੀ। ਇਹਦੇ ਸੰਸਥਾਪਕ ਹੈਗੇ ਸੀਗੇ NR ਨਾਰਾਇਣ ਮੂਰਤੀ ਸਾਹਿਬ। ਔਰ ਐਟ ਪ੍ਰੈਜ਼ੈਂਟ ਗੱਲ ਕਰੀਏ ਇਹਦੇ CEO ਕੌਣ ਨੇਗੇ, CEO ਹੈਗੇ ਨੇ ਸਾਲੇਲ ਪਾਰੇਖ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ। ਨੈਕਸਟ ਕੁਐਸਚਨ ਬਾਰੇ ਗੱਲਬਾਤ ਕਰਦੇ ਹਾਂ। ਵਿੱਚ ਸਟੇਟ ਆਫ ਯੂਟੀ ਬੰਚ ਮਸ਼ਰੂਮ ਗੋਟ GI ਟੈਗ। ਦੇਖੋ ਜੀ ਕਹਿੰਦੇ ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗੁੱਛੇਦਾਰ ਮਸ਼ਰੂਮਾਂ ਨੂੰ GI ਟੈਗ ਮਿਲਿਆਗਾ। ਦੇਖੋ ਜੀ ਤੁਹਾਨੂੰ ਯਾਦ ਰੱਖਣਾ ਜਿਹੜੇ ਗੁੱਛੇਦਾਰ ਮਸ਼ਰੂਮ ਸੀ ਇਹ ਜੰਮੂ ਕਸ਼ਮੀਰ ਦੇ ਗੁੱਛੇਦਾਰ ਮਸ਼ਰੂਮ ਬੰਚ ਮਸ਼ਰੂਮ, ਇਹਨਾਂ ਨੂੰ ਹੁਣ GI ਟੈਗ ਮਿਲਿਆਗਾ। ਦੇਖੋ ਜੀ ਅਗਰ ਆਪਾਂ ਗੱਲ ਕਰੀਏ ਇਹਨਾਂ ਮਸ਼ਰੂਮਾਂ ਵਾਲੇ, ਵੈਸੇ ਤਾਂ ਇਹਨਾਂ ਨੂੰ ਸਥਾਨਕ ਭਾਸ਼ਾ ਵਿੱਚ ਗੰਟੂ ਕਹਿੰਦੇ ਨੇ, ਠੀਕ ਹੈ ਨਾ, ਗੰਟੂ ਕਹਿੰਦੇ ਨੇ। ਔਰ ਵੈਸੇ ਇਹਨਾਂ ਨੂੰ ਗੁੱਛੇਦਾਰ ਮਸ਼ਰੂਮ ਵੀ ਕਿਹਾ ਜਾਂਦਾ ਵੈਸੇ। ਔਰ ਇਸ ਨੂੰ ਹੁਣ ਮਿਲਿਆ ਹੁਣ GI ਟੈਗ। ਦੇਖੋ ਜੀ ਅਗਰ ਆਪਾਂ ਇਹਨਾਂ ਦੀ ਮਸ਼ਰੂਮਾਂ ਦੀ ਗੱਲ ਕਰੀਏ ਤਾਂ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਇਹ ਫਾਇਦੇਮੰਦ ਹੈਗੇ ਨੇਗੇ। ਔਰ ਇਹ ਬਹੁਤ ਜ਼ਿਆਦਾ ਮਹਿੰਗੇ ਨੇ ਪਰ, ਠੀਕ ਹੈ ਨਾ। ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ 1 ਕਿਲੋ ਇਹ ਮਸ਼ਰੂਮ ਲੈਣੇ ਹੁਣ ਪਤਾ ਕਿੰਨੇ ਦੇ ਮਿਲਣਗੇ, 36,000 ਰੁਪਏ ਦੇ ਮਿਲਣਗੇ, ਠੀਕ ਹੈ ਨਾ। ਤਾਂ ਇੰਨੇ ਮਹਿੰਗੇ ਨੇਗੇ। ਔਰ ਇਹ ਜਿੰਨੇ ਮਹਿੰਗੇ ਨੇ ਉਨਾ ਹੀ ਇਹਦਾ ਫਾਇਦਾ ਆਪਣੀ ਸਿਹਤ ਵਾਸਤੇ, ਠੀਕ ਹੈ ਨਾ। ਔਰ ਇਸ ਨੂੰ ਗੰਟੂ ਕਹਿੰਦੇ ਸਥਾਨਕ ਭਾਸ਼ਾ ਵਿੱਚ। ਔਰ ਇਹ ਸਿੱਧਾ ਯਾਦ ਰੱਖਣਾ ਬਸ ਉਹਨੇ ਜੰਮੂ ਕਸ਼ਮੀਰ ਯੂਟੀ ਦੇ ਕੀ ਨੇ ਇਹ ਮਸ਼ਰੂਮ ਹੈਗੇ ਸੀ ਜਿਨ੍ਹਾਂ ਨੂੰ ਕੀ ਹੁਣ GI ਟੈਗ ਮਿਲਿਆ। ਦੇਖੋ GI ਟੈਗ ਤੋਂ ਗੱਲ ਕਰਾਂ ਤਾਂ ਇੱਕ ਰੀਸੈਂਟ ਵਿੱਚ ਕਸ਼ਮੀਰ ਦੇ ਨਾ ਕਸ਼ਮੀਰੀ ਕੇਸਰ ਨੂੰ ਵੀ GI ਟੈਗ ਦਿੱਤਾ ਗਿਆ ਸੀਗਾ। ਤਾਂ ਤੁਹਾਨੂੰ ਇਹਦਾ ਨਾਮ ਵੀ ਯਾਦ ਰੱਖਣਾ। ਔਰ ਇੱਕ ਕਸ਼ਮੀਰੀ ਕੇਸਰ ਨਾਲ ਵੀ ਤੁਹਾਨੂੰ ਇੱਕ ਕੁਐਸਚਨ ਦੱਸ ਦਾਂਗਾ। ਕਸ਼ਮੀਰੀ ਕੇਸਰ ਦੇ ਵਪਾਰ ਨੂੰ ਵਧਾਉਣ ਵਾਸਤੇ ਜੰਮੂ ਕਸ਼ਮੀਰ ਸਰਕਾਰ ਵੱਲੋਂ ਨੀਲਾਮੀ ਪੋਰਟਲ ਨੂੰ ਵੀ ਸ਼ੁਰੂ ਕੀਤਾ ਗਿਆ ਸੀਗਾ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਜੰਮੂ ਐਂਡ ਕਸ਼ਮੀਰ ਯੂਟੀ ਦੀ ਗੱਲਬਾਤ ਕਰੀਏ ਤਾਂ ਜੰਮੂ ਐਂਡ ਕਸ਼ਮੀਰ ਯੂਟੀ ਦੇ ਐਟ ਪ੍ਰੈਜ਼ੈਂਟ ਯਾਨੀ ਕਿ ਸੈਕਿੰਡ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਹੈਗੇ ਨੇ। ਤਾਂ ਮਨੋਜ ਸਿਨਹਾ ਦਾ ਨਾਮ ਸੁਣੇ ਧਿਆਨ ਵਿੱਚ ਰੱਖਣਾ। ਬਾਕੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੁਹਾਨੂੰ ਇੱਕ ਨਾਮ ਇੱਥੇ ਹੋਰ ਦੱਸ ਦਿਨ ਇੰਪੋਰਟੈਂਟ, ਆਪਾਂ ਨੇ ਪੜ੍ਹਿਆ ਵੀ ਸੀ ਵੈਸੇ, ਨਾਮ ਯਾਦ ਰੱਖਣਾ। ਇੱਕ ਲੇਡੀ ਦਾ ਨਾਮ ਪੂਜਾ ਦੀ ਗੱਲ ਕਰੀਏ ਕੌਣ ਹੈ, ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਇਹ ਬਣੀ ਸੀਗੀ, ਠੀਕ ਹੈ ਨਾ। ਬਾਕੀ ਇੱਕ ਨਾਮ ਹੋਰ ਯਾਦ ਰੱਖਣਾ KK ਸ਼ਰਮਾ ਦਾ। KK ਸ਼ਰਮਾ ਜੰਮੂ ਕਸ਼ਮੀਰ ਦੇ ਇਲੈਕਸ਼ਨ ਕਮਿਸ਼ਨਰ ਬਣੇ ਸੀਗੇ, ਠੀਕ ਹੈ ਨਾ। ਤਾਂ ਤੁਹਾਨੂੰ ਇਹਨਾਂ ਦਾ ਨਾਮ ਵੀ ਯਾਦ ਰੱਖਣਾ ਜੀ। ਬਾਕੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਨੇ ਇੱਕ ਆਪਣਾ ਯੋਜਨਾ ਲਾਂਚ ਕੀਤੀ ਸੀ ਜਿਹਦੇ ਨਾਲ ਅਸੀਂ ਸਿਹਤ ਜਿਹੜੀ ਯੋਜਨਾ ਇੱਕ ਤਰੀਕੇ ਦਾ ਸਿਹਤ ਬੀਮਾ ਯੋਜਨਾ ਸੀਗੀ। ਔਰ ਇੱਕ ਪੋਰਟਲ ਵੀ ਯਾਦ ਰੱਖ ਸਕਦੇ ਹੋ ਸਪੈਰੋ ਪੋਰਟਲ, ਜੰਮੂ ਕਸ਼ਮੀਰ ਦਾ ਪੋਰਟਲ ਹੈ। ਔਰ ਸਰਕਾਰੀ ਕੰਮਾਂ ਕਾਰਾਂ ਦੇ ਵਿੱਚ ਟਰਾਂਸਪੈਰੈਂਟੀ ਲਿਆਉਣ ਵਾਸਤੇ ਇੱਕ ਇਹ ਹੈਗਾ ਸੀਗਾ, ਠੀਕ ਹੈ ਨਾ, ਪੋਰਟਲ ਸਪੈਰੋ ਪੋਰਟਲ ਜੰਮੂ ਕਸ਼ਮੀਰ ਦਾ ਪੋਰਟਲ ਇਹ ਹੈਗਾ ਸੀਗਾ। ਤਾਂ ਇਹ ਸਾਰੇ ਕੁਐਸਚਨ ਤੁਸੀਂ ਜੰਮੂ ਕਸ਼ਮੀਰ ਦੇ ਨਾਲ ਰਿਲੇਟਡ ਯਾਦ ਰੱਖਣੇ, ਠੀਕ ਹੈ ਜੀ, ਸਾਰੇ ਆਪਣੇ ਲਈ ਇੰਪੋਰਟੈਂਟ ਨੇ। ਔਰ ਬਾਕੀ ਦੇਖੋ ਜੰਮੂ ਕਸ਼ਮੀਰ ਦੇ ਨੈਸ਼ਨਲ ਪਾਰਕ ਇੰਪੋਰਟੈਂਟ ਨੇ। ਨੈਸ਼ਨਲ ਪਾਰਕ ਕਿਹੜੇ ਜੰਮੂ ਕਸ਼ਮੀਰ, ਡਾਕਟਰ ਸਲੀਮ ਅਲੀ ਨੈਸ਼ਨਲ ਪਾਰਕ ਹੈ, ਕਿਸ਼ਤਵਾੜ ਨੈਸ਼ਨਲ ਪਾਰਕ ਹੈ, ਔਰ ਡਾਚੀਗਮ ਨੈਸ਼ਨਲ ਪਾਰਕ ਹੈ। ਵੈਸੇ ਤਾਂ ਇੱਕ ਹੋਰ ਨੈਸ਼ਨਲ ਪਾਰਕ ਵੀ ਇੰਪੋਰਟੈਂਟ ਹੈਮਸ ਨੈਸ਼ਨਲ ਪਾਰਕ, ਪਰ ਇਹ ਹੁਣ ਲੱਦਾਖ ਯੂਟੀ ਵਿੱਚ ਚਲਾ ਗਿਆ, ਠੀਕ ਹੈ ਨਾ, ਹੈਮਸ ਨੈਸ਼ਨਲ ਪਾਰਕ, ਇਹ ਤੁਹਾਨੂੰ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ ਆਪਾਂ। ਹੂ ਹੈਜ਼ ਬੀਨ ਅਪੋਇੰਟਡ ਐਜ਼ MD ਆਫ LIC। ਦੇਖੋ ਜੀ ਕਹਿੰਦੇ ਕਿਸ ਨੂੰ LIC ਦੇ MD ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਗਾ। ਤਾਂ ਜਿਹੜੇ ਹੁਣ LIC ਦੇ ਨਵੇਂ MD ਬਣੇ ਨੇ ਜੀ, ਇਹਨਾਂ ਦਾ ਹੈਗਾ ਸਿਧਾਰਥ ਮੋਹੰਤੇ ਸਾਹਿਬ। ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਹੈ। ਸਿਧਾਰਥ ਮੋਹੰਤੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਪਹਿਲਾਂ ਦੇਖੋ LIC ਦੇ ਹਾਊਸਿੰਗ ਫਾਈਨਾਂਸ ਲਿਮਟਿਡ ਦੇ CEO ਹੁੰਦੇ ਸੀ, ਪਰ ਇਹ ਹੁਣ LIC ਦੇ MD ਦੇ ਵਿੱਚੋਂ ਇੱਕ ਬਣ ਚੁੱਕੇ ਨੇ। ਦੇਖੋ ਜੀ LIC ਦੀ ਗੱਲ ਕਰੀਏ ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈਗੀ। ਔਰ LIC ਦੇ ਵੈਸੇ ਤਾਂ ਦੇਖੋ ਟੋਟਲ ਇਹਦੇ 4 MD ਹੁੰਦੇ ਨੇ ਗੱਲ ਕਰੀਏ ਆਪਾਂ, ਔਰ ਇੱਕ ਇਹਦੇ ਮੁੱਖ ਹੈੱਡ ਹੁੰਦੇ ਨੇਗੇ। ਦੇਖੋ ਹੈੱਡ ਦੀ ਗੱਲ ਕਰੀਏ ਤਾਂ ਉਹ ਤਾਂ ਹੈਗੇ ਨੇ MR ਕੁਮਾਰ ਸਾਹਿਬ। ਔਰ 4 ਜਿਹੜੇ MD ਨੇ ਉਹ ਕਿਹੜੇ ਨੇ, ਪਹਿਲੇ ਤਾਂ ਦੇਖੋ ਅੱਜ ਵਾਲੀ ਬਣ ਗਏ ਸਿਧਾਰਥ ਮੋਹੰਤੇ, ਔਰ ਦੂਜੇ ਹੈਗੇ ਨੇ ਰਾਜ ਕੁਮਾਰ, ਤੀਜੇ ਹੈਗੇ ਮੁਕੇਸ਼ ਕੁਮਾਰ, ਚੌਥਾ ਨਾਮ ਯਾਦ ਰੱਖਣਾ ਵਿਪਨ ਆਨੰਦ, ਠੀਕ ਹੈ ਨਾ। 4 MD ਨੇ LIC ਦੇ, ਠੀਕ ਹੈ ਨਾ, ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਗੱਲ ਆਪਾਂ ਦੇਖੋ ਜੀ ਅਦਰ ਆਪਸ਼ਨ ਬਾਰੇ ਵੀ ਕਰੀਏ, ਰਮੇਸ਼ ਬਾਬੂ ਇਹਨਾਂ ਦਾ ਨਾਮ ਵੀ ਇੰਪੋਰਟੈਂਟ।
ਕਰੂਰ ਵੈਸ਼ਿਆ ਬੈਂਕ ਦੇ MD ਅਤੇ CEO ਬਣੇ ਸੀ ਰੀਸੈਂਟ ਹੀ ਦੇ ਵਿੱਚ। ਬਾਕੀ ਅਤੁਲ ਕੁਮਾਰ ਦਾਸ ਕੌਣ ਹੈ ਜੀ ਇਹਨਾਂ ਬਾਰੇ ਯਾਦ ਰੱਖਣਾ, ਬੈਂਕ ਆਫ ਇੰਡੀਆ ਦੇ MD ਅਤੇ CEO ਬਣੇ ਸੀ। ਸੰਜੀਵ ਚੱਡਾ, ਇਹਨਾਂ ਦਾ ਨਾਮ ਵੀ ਇੰਪੋਰਟੈਂਟ ਹੈ, ਬੈਂਕ ਆਫ ਬੜੌਦਾ ਦੇ MD ਅਤੇ CEO ਬਣੇ ਸੀ ਹਾਲ ਹੀ ਦੇ ਵਿੱਚ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ, ਇਹ ਵੀ ਲੇਟੈਸਟ ਅਪੁਆਇੰਟਮੈਂਟ ਨੇ। ਔਰ ਫਸਟ ਵਾਲਾ ਤਾਂ ਆਪਣੇ ਲਈ ਇੰਪੋਰਟੈਂਟ ਹੈਗੇ ਆ ਸਿਧਾਰਥ ਮੋਹੰਤੇ ਸਾਹਿਬ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਟੌਪਡ ਦੀ ਰਿਲੀਜ਼ਡ ਗਲੋਬਲ ਫਾਇਰ ਪਾਵਰ ਇੰਡੈਕਸ 2020। ਦੇਖੋ ਜੀ ਕਹਿੰਦੇ ਕਿਹੜਾ ਦੇਸ਼ 2020 ਵਿੱਚ ਜਾਰੀ ਕੀਤੇ ਗਏ ਗਲੋਬਲ ਫਾਇਰ ਪਾਵਰ ਇੰਡੈਕਸ ਵਿੱਚ ਸਭ ਤੋਂ ਉੱਪਰ ਹੈਗਾ। ਦੇਖੋ ਜੀ ਅਗਰ ਆਪਾਂ ਇਸ ਇੰਡੈਕਸ ਦੀ ਗੱਲ ਕਰੀਏ, ਜਿਹੜਾ ਇੱਕ ਗਲੋਬਲ ਫਾਇਰ ਪਾਵਰ ਇੰਡੈਕਸ ਆ, ਇਹਦੇ ਵਿੱਚ ਜਿਹੜੀਆਂ ਆਪਣੀਆਂ ਦੇਸ਼ ਦੀ ਜਦੋਂ ਦੇਖੋ ਸੈਨਿਕ ਸ਼ਕਤੀ ਹੁੰਦੀ ਆ, ਚਾਹੇ ਆਰਮੀ ਹੋਵੇ, ਏਅਰਫੋਰਸ ਹੋਵੇ, ਨੇਵੀ ਹੋਵੇ, ਜਿਹੜੇ ਦੇਸ਼ ਦੀ ਸਭ ਤੋਂ ਵਧੀਆ ਔਰ ਸ਼ਕਤੀਸ਼ਾਲੀ ਆਰਮੀ ਜਾਂ ਆਪਣੀ ਕਹਿ ਸਕਦੇ ਹੋ ਤੁਸੀਂ ਸੈਨਿਕ ਸ਼ਕਤੀ ਕਹਿ ਸਕਦੇ ਹੋ ਬੇਸਿਕਲੀ ਇਹਨੂੰ, ਉਸ ਦੇ ਆਧਾਰ 'ਤੇ ਇੱਕ ਇਹ ਰੈਂਕਿੰਗ ਹੁੰਦੀ ਆ। ਟੋਟਲ 138 ਦੇਸ਼ਾਂ ਦੀ ਇਹ ਰੈਂਕਿੰਗ ਹੈਗੀ ਸੀਗੀ ਔਰ ਇਸ ਦੇ ਵਿੱਚ ਹੁਣ ਟੌਪ 'ਤੇ ਰਿਹਾ ਜੀ ਅਮਰੀਕਾ। ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਹੈ ਜੀ। ਦੇਖੋ ਜੀ ਅਮਰੀਕਾ ਦਾ ਟੌਪ 'ਤੇ ਆ, ਦੂਜੇ ਨੰਬਰ 'ਤੇ ਆ ਰਸ਼ੀਆ, ਤੀਜੇ ਨੰਬਰ 'ਤੇ ਆ ਚੀਨ। ਅੱਛਾ ਆਪਣਾ ਭਾਰਤ 11ਵੇਂ ਨੰਬਰ 'ਤੇ ਆ, ਆਪਣਾ ਭਾਰਤ ਹੈ ਇਹਦੇ ਵਿੱਚ ਜੀ ਚੌਥੇ ਨੰਬਰ 'ਤੇ, ਠੀਕ ਹੈ ਨਾ। ਤਾਂ ਆਪਣੇ ਇੰਡੀਆ ਬਾਰੇ ਯਾਦ ਰੱਖਣਾ ਆਪਣੇ ਲਈ, ਔਰ ਪਹਿਲੇ ਨੰਬਰ 'ਤੇ ਜੀ ਅਮਰੀਕਾ, ਠੀਕ ਹੈ ਨਾ। ਤਾਂ ਇਸ ਰੈਂਕਿੰਗ ਬਾਰੇ ਯਾਦ ਰੱਖਣਾ ਜੀ। ਔਰ ਹੁਣ ਗੱਲ ਕਰਦੇ ਹਾਂ ਜੀ ਆਪਾਂ ਅੱਜ ਜੇ ਤੁਹਾਡੇ ਲਈ ਜਿਹੜਾ ਪ੍ਰਸ਼ਨ ਹੈ ਜੀ ਉਹਦੇ ਬਾਰੇ। ਇਹਦਾ ਰਾਈਟ ਆਨਸਰ ਜ਼ਰੂਰ ਦੱਸਣਾ ਜੀ ਕਮੈਂਟ ਬਾਕਸ ਵਿੱਚ। ਕਲਾਸ ਵਧੀਆ ਲੱਗੀ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਵਾਰੀ। ਤਾਂ ਤੁਹਾਡੇ ਲਈ ਪ੍ਰਸ਼ਨ ਹੈ ਜੀ, ਕਹਿੰਦੇ ਐਂਡ ਏਅਰ ਐਕਸਰਸਾਈਜ਼ ਜਿਹਦਾ ਨਾਮ ਹੈ ਐਕਸ ਡੈਜ਼ਰਟ ਨਾਈਟ 21 ਵਿਲ ਵੀ ਹੈਲਡ ਬਿਟਵੀਨ ਇੰਡੀਆ ਐਂਡ ਵਿਚ ਕੰਟਰੀ। ਦੇਖੋ ਜੀ ਕਹਿੰਦੇ ਏਅਰ ਅਭਿਆਸ ਐਕਸ ਡੈਜ਼ਰਟ ਨਾਈਟ 21 ਭਾਰਤ ਦੇ ਕਿਹੜੇ ਦੇਸ਼ ਵਿਚਕਾਰ ਹੋਇਆ ਸੀਗਾ। ਹੁਣ ਕਿਹੜੇ ਦੇਸ਼ ਵਿਚਕਾਰ ਹੋਇਆ ਸੀ ਜੀ ਭਾਰਤ ਅਤੇ, ਤਾਂ ਤੁਹਾਨੂੰ ਜ਼ਰੂਰ ਦੱਸਣਾ, ਠੀਕ ਹੈ ਨਾ। ਔਰ ਇਹ ਕਿੱਥੇ ਹੋਇਆ ਸੀ ਇਹ ਵੀ ਤੁਸੀਂ ਦੱਸ ਸਕਦੇ ਹੋ, ਔਰ ਜਿਸ ਕੰਟਰੀ ਨਾਲ ਹੋਇਆ ਸੀ ਉਹਦੀ ਕੈਪੀਟਲ ਕਰੰਸੀ ਵੀ ਤੁਸੀਂ ਜ਼ਰੂਰ ਦੱਸਣਾ, ਠੀਕ ਹੈ ਨਾ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਲਾਸ, ਔਰ ਆਈ ਹੋਪ ਤੁਹਾਨੂੰ ਕਲਾਸ ਸਮਝ ਆਈ ਹੋਏਗੀ ਜੀ। ਔਰ ਕਲਾਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।